ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਮੋ, ਹਿਰਦੈ ਧਿਆਮੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਓਂਕਾਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦਹੁ ਬਾਰ ਬਾਰ ਜਗਦੀਸ਼ਾ। ਜਿਸਮੈ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਜਿਨ ਜੀਤੇ ਪੰਚ ਬਿਕਾਰ, ਤਿਨ ਸੰਤਨ ਕੋ ਬੰਦਨਾ। ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਮੋ, ਹਿਰਦੈ ਧਿਆਮੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ।
ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦਹੁ ਬਾਰ ਬਾਰ ਜਗਦੀਸ਼ਾ। ਜਿਸਮਹਿ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਸੁਖ ਨਿਦਾਨ, ਪ੍ਰੀਤਮ ਪ੍ਰਭ ਮੇਰੇ। ਸੁਖ ਨਿਦਾਨ, ਸਮੂਹ ਸੁੱਖਾਂ ਦੇ ਖਜ਼ਾਨੇ ਸੱਚੇ ਪਾਤਸ਼ਾਹ, ਸਮੂਹ ਸੁੱਖਾਂ ਦੇ ਭੰਡਾਰੇ ਸੱਚੇ ਪਾਤਸ਼ਾਹ, ਮਿਹਰਬਾਨ ਸੱਚੇ ਪਾਤਸ਼ਾਹ, ਦਿਆਲੂ ਕਿਰਪਾਲੂ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਲੋਕ ਪਰਲੋਕ ਵਿੱਚ ਦਾਸਾਂ ਗਰੀਬਾਂ ਦੀ ਇੱਜ਼ਤ ਪੱਤ ਰੱਖਣ ਵਾਲੇ, ਸਦਾ ਹੀ ਸਹਾਈ ਹੋਣ ਵਾਲੇ ਦਾਤਾਰ ਪਾਤਸ਼ਾਹ, ਮਿਹਰਬਾਨ ਸਤਿਗੁਰੂ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪ੍ਰੇਮ ਦੇ ਨਾਲ ਆਪ ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ੂਰੀ ਦੇ ਅੰਦਰ ਬੈਠ ਕੇ ਆਪ ਜੀ ਬੜੇ ਹੀ ਪ੍ਰੇਮ ਨਾਲ ਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ। ਜ਼ਿੰਦਗੀ ਵਿੱਚ ਸਤਸੰਗ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਾਰੀ ਸੰਗਤ ਦੋਵੇਂ ਹੱਥ ਜੋੜੋ, ਦਾਸ ਦੀ ਤੇ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਓ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਛੇਵੇਂ ਪਾਤਸ਼ਾਹ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤਿੰਨਾਂ ਦਾ ਪਵਿੱਤਰ ਇਤਿਹਾਸ ਆਪ ਸਭ ਸੰਗਤਾਂ ਬੜੇ ਹੀ ਪ੍ਰੇਮ ਨਾਲ ਸਰਵਣ ਕਰ ਰਹੇ ਹੋ। ਸਾਰੀਆਂ ਸੰਗਤਾਂ ਬੜੇ ਹੀ ਪ੍ਰੇਮ ਨਾਲ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਚੌਥਾ ਜੰਗ ਲੜਿਆ, ਜਿਹੜਾ ਹੁਣ ਤੱਕ ਦਾ ਸਭ ਤੋਂ ਵੱਡਾ ਜੰਗ ਸੀ। ਇਸ ਜੰਗ ਦਾ ਸਾਰੀ ਹੀ ਬਿਆਨ, ਸਾਰੀ ਹੀ ਕਥਾ ਪ੍ਰੇਮ ਸਹਿਤ ਆਪ ਸਿਵ ਸੰਗਤਾਂ ਨੇ ਸਰਵਣ ਕੀਤੀ ਹੈ। ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਕੁ ਗੱਲਾਂ ਨੂੰ ਵਿਚਾਰ ਕੇ ਕਰਤਾਰਪੁਰ ਸਾਹਿਬ ਮਹਾਰਾਜ ਨੇ ਤਿਆਗਣ ਦਾ ਵਿਚਾਰ ਬਣਾਇਆ ਜੀ। ਕੁਝ ਕੁ ਗੱਲਾਂ ਨੂੰ ਵਿਚਾਰਿਆ, ਬਾਕੀ ਗੁਰੂ ਜੀ ਦੇ ਕਾਰਜਾਂ ਨੂੰ ਸਮਝਣਾ ਬੰਦੇ ਦੀ ਇੰਨੀ ਬੁੱਧੀ ਨਹੀਂ ਹੈਗੀ ਬੰਦਾ ਸਮਝ ਸਕੇ ਵੀ ਗੁਰੂ ਜੀ ਨੇ ਕਿਉਂ ਛੱਡਿਆ ਜੀ, ਕਿਵੇਂ ਛੱਡਿਆ ਜੀ। ਹਾਂ, ਇਹ ਹੈ ਮੁੱਖ ਕਾਰਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਸਾਈਂ ਬੁੱਢਣ ਸ਼ਾਹ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਸੀ, ਸਾਈਂ ਬੁੱਢਣ ਸ਼ਾਹ ਜੀ, ਉਹਨਾਂ ਦਾ ਅੰਤਮ ਸਮਾਂ ਨੇੜੇ ਆ ਗਿਆ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਅੰਤਮ ਸਮਾਂ ਸਾਂਭਣਾ ਸੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਜਦੋਂ ਬਾਬਾ ਬੁੱਢਣ ਸ਼ਾਹ ਜੀ ਨੇ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ, ਕੁਝ ਕੁ ਅਧਿਆਤਮ ਦੀਆਂ ਗੱਲਾਂ ਕੀਤੀਆਂ। ਸੱਚੇ ਪਾਤਸ਼ਾਹ ਨਾਮ ਵਿੱਚ ਸੁਰਤ ਨਹੀਂ ਜੁੜਦੀ। ਹੋਰ ਬਚਨ ਕੀਤੇ ਜੀ,
ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਫੁਰਨਿਆਂ ਨੂੰ ਰੋਕਣਾ, ਸੋਚਾਂ ਨੂੰ ਰੋਕਣਾ ਤੇ ਫਿਰ ਵਾਹਿਗੁਰੂ ਜੀ ਦਾ ਨਾਮ ਜਪਣਾ ਜੀ। ਪਰ ਇਹ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ। ਬੰਦਾ ਇਕੱਲਾ ਬੈਠਾ ਬਹੁਤ ਕੁਝ ਸੋਚਦਾ ਜੀ। ਹਾਂਜੀ, ਚਲੋ ਲਾਗੇ ਦੋ ਬੰਦੇ ਬੈਠੇ ਹੋਣ ਤੇ ਬੰਦਾ ਘੱਟ ਸੋਚਦਾ ਜੀ। ਜਦੋਂ ਬੰਦਾ ਇਕੱਲਾ ਬੈਠਾ ਹੁੰਦਾ ਨਾ ਜੀ, ਉਰੋਂ ਬਹੁਤ ਸੋਚਦਾ ਜੀ। ਤੇ ਬੰਦਗੀ ਕਰਨ ਵਾਲਾ ਪੁਰਸ਼ ਵੀ ਤਕਰੀਬਨ ਇਕੱਲਾ ਹੀ ਬੈਠਾ ਹੁੰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਸੋਚਾਂ ਨੂੰ ਰੋਕ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ, ਅੱਲਾਹੂ ਜਪਿਆ ਕਰੋ। ਮਹਾਰਾਜ ਨੇ ਉਹਨਾਂ ਨੂੰ ਉਸੇ ਤਰ੍ਹਾਂ ਦਾ ਉਪਦੇਸ਼ ਦਿੱਤਾ ਸੀਗਾ ਜੀ। ਸਾਈਂ ਜੀ ਨੇ ਦੁੱਧ ਰੱਖਿਆ ਸੀ, ਉਹ ਦੁੱਧ ਬਾਬਾ ਬੁੱਢਣ ਸ਼ਾਹ ਜੀ ਨੇ, ਵਾਹਿਗੁਰੂ ਬਾਬਾ ਗੁਰਦਿੱਤਾ ਜੀ ਨੇ ਪੀਤਾ ਜਾ ਕੇ ਜੀ। ਹਾਂਜੀ, ਸਾਈਂ ਜੀ ਨੇ ਦੁੱਧ ਰੱਖਿਆ ਸੀ। ਪਰ ਇੱਕ ਬਚਨ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਗੁਰੂ ਨਾਨਕ ਸਾਹਿਬ ਜੀ ਕੋ ਬਾਬਾ ਜੀ ਨੇ ਲਿਆ ਸੀ, ਸਾਈਂ ਜੀ ਨੇ ਜੀ। ਮਹਾਰਾਜ, ਜਦੋਂ ਮੈਂ ਸਰੀਰ ਤਿਆਗਾਂ ਤੁਸੀਂ ਮੇਰੇ ਨੇੜੇ ਹੋਏ ਹੋ, ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਬੁੱਢਣ ਸ਼ਾਹ ਜੀ ਤੁਹਾਡੀ ਉਮਰ ਬਹੁਤ ਲੰਬੀ ਹੈ। ਕਹਿਣ ਲੱਗੇ ਤੁਹਾਡੀ ਉਮਰ ਬਹੁਤ ਲੰਮੀ ਹੈ, ਅਸੀਂ ਜਿਸ ਵੀ ਰੂਪ ਵਿੱਚ ਹੋਏ ਅਸੀਂ ਉਸ ਸਮੇਂ ਤੁਹਾਡੇ ਕੋਲ ਆ ਜਾਾਂਗੇ ਜਦੋਂ ਤੁਸੀਂ ਸਰੀਰ ਤਿਆਗੋਗੇ ਜੀ। ਮਹਾਰਾਜ ਨੇ ਪਹਿਲਾਂ ਹੀ ਬਚਨ ਕਰਤਾ ਸੀ। ਬੜੇ ਧਿਆਨ ਨਾਲ ਸੁਣਿਓ, ਇਹ ਕੱਚਿਆਂ ਦੀਆਂ ਗੱਲਾਂ ਨਹੀਂ ਹੈਗੀਆਂ ਜੀ, ਇਹ ਗੁਰੂਆਂ ਦੀਆਂ ਗੱਲਾਂ, ਪੱਕੇ ਗੁਰੂ ਜੀ ਦੀ ਗੱਲ ਹੈ ਜੀ, ਪੂਰੇ ਸਤਿਗੁਰੂ ਜੀ ਦੀ ਗੱਲ ਹੈ, ਬਚਨ ਹੈ ਤੇ ਮਹਾਰਾਜ ਨੇ ਪੂਰਾ ਵੀ ਕਰਨਾ ਜੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਈਂ ਬੁੱਢਣ ਸ਼ਾਹ ਜੀ ਨੂੰ ਆਖਿਆ ਸੀ, ਸਾਈਂ ਜੀ ਤੁਸੀਂ ਇਸ ਰੂਪ ਵਿੱਚ ਹੋਇਓ, ਅਸੀਂ ਕਿਸੇ ਵੀ ਰੂਪ ਵਿੱਚ ਹੋਵਾਂਗੇ, ਜਦੋਂ ਤੁਸੀਂ ਸਰੀਰ ਤਿਆਗੋਗੇ ਅਸੀਂ ਤੁਹਾਡੇ ਨੇੜੇ ਹੀ ਪਹੁੰਚ ਜਾਣਾ। ਤੇ ਸੰਗਤ ਜੀ, ਸਮਾਂ ਆ ਗਿਆ, ਗੁਰੂ ਸਾਹਿਬ ਜੀ ਨੇ ਸਾਰੇ ਪਰਿਵਾਰ ਨੂੰ ਆਗਿਆ ਦਿੱਤੀ ਵੀ ਰਾਤੋਂ ਰਾਤ ਹੀ ਆਪਾਂ ਇਹ ਨਗਰ ਛੱਡਣਾ ਹੈ। ਰਾਤੋਂ ਰਾਤ ਸਾਰਿਆਂ ਨੇ ਸਤ ਬਚਨ ਕਰਕੇ ਤਿਆਰੀ ਕੀਤੀ। ਬਾਬਾ ਬਿਧੀ ਚੰਦ ਜੀ ਜਿਹਨੇ ਗੁਰੂ ਜੀ ਦਾ ਹੁਕਮ ਸੁਣਾਇਆ, ਉੱਥੇ ਇਹ ਵੀ ਸੁਣਿਆ ਜਿੰਨੇ ਬਚਨ ਨਹੀਂ ਮੰਨਣਾ ਜੀ ਉਹਨੇ ਨਹੀਂ ਮੰਨਣਾ ਜੀ। ਬੰਦਾ ਜਿੰਨਾ ਮਰਜ਼ੀ ਯਤਨ ਕਰ ਲੇ, ਧੀਰ ਮੱਲ ਗੁਰੂ ਘਰ ਵਿੱਚ ਰਹਿ ਕੇ, ਗੁਰੂ ਘਰ ਵਿੱਚ ਰਹਿ ਕੇ ਪਲਿਆ ਜੀ, ਵੱਡਾ ਹੋਇਆ ਜੀ, ਹੈ ਗੁਰੂ ਘਰ ਵਿੱਚ ਰਹਿੰਦਾ ਪਰ ਗੁਰੂ ਸਾਹਿਬ ਤੋਂ ਆਕੀ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਲੋਭ ਆ ਗਿਆ ਜੀ ਅੰਦਰ। ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੁਕਾ ਲਿਆ ਤੇ ਬਾਬਾ ਧੀਰਮਲ ਜੀ ਨੇ ਨਾ ਕਰ ਦਿੱਤੀ ਵੀ ਮੈਂ ਨਹੀਂ ਜਾਣਾ ਜੀ। ਨਾਲੇ ਆਪਣੇ ਮਾਤਾ ਜੀ ਨੂੰ ਵੀ ਕੋਲ ਰੱਖ ਲਿਆ। ਪਰ ਤੁਸੀਂ ਸੁਣਿਆ, ਛੇਵੇਂ ਪਾਤਸ਼ਾਹ ਮਹਾਰਾਜ ਨੇ ਇਸ ਪਰਥਾਏ ਵੀ ਬਚਨ ਕੀਤੇ। ਕਹਿਣ ਲੱਗੇ ਉਹ ਤੇ ਇੱਕ ਸਰੂਪ ਨੂੰ ਲੁਕਾ ਕੇ ਬੈਠਾ। ਆਉਣ ਵਾਲੇ ਸਮੇਂ ਵਿੱਚ ਨਗਰਾਂ ਨਗਰਾਂ ਦੇ ਵਿੱਚ, ਪਿੰਡਾਂ ਪਿੰਡਾਂ ਦੇ ਵਿੱਚ, ਘਰ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਣਗੇ ਜੀ। ਇਹ ਬਚਨ ਕੀਤਾ। ਚਲੋ ਗੁਰੂ ਸ਼ਬਦ ਗ੍ਰੰਥ ਸਾਹਿਬ ਕਹਿੰਦੇ ਸਨ ਸਾਰੇ, ਹੁਣ ਆਪਾਂ ਗ੍ਰੰਥ ਸਾਹਿਬ ਹੁਣ ਗੁਰੂ ਆਖੀਏ ਤੇ ਠੀਕ ਹੈ ਜੀ। ਹੁਣ ਮਾਲਕ ਨੇ ਸਾਡੇ ਵਿੱਚ ਵੀ ਬੈਠੇ ਨੇ। ਜੋੜੋ ਹੱਥ ਤੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਜਿਨ੍ਹਾਂ ਦੀ ਕਥਾ ਬਚਨ ਸੁਣਦੇ ਉਹ ਸਾਡੇ ਵਿੱਚ ਬੈਠੇ ਨੇ ਜੀ, ਸਾਡੇ ਸਾਹਮਣੇ ਸਭਾਈਮਾਨ ਨੇ। ਕਹਿਣ ਲੱਗੇ ਇਹਨਾਂ ਦਾ ਪਿੰਡਾਂ ਪਿੰਡਾਂ ਵਿੱਚ, ਨਗਰਾਂ ਨਗਰਾਂ ਵਿੱਚ ਇਹਨਾਂ ਦਾ ਪ੍ਰਕਾਸ਼ ਹੋਏਗਾ। ਤੇ ਵੇਖ ਲਓ ਸਾਡੇ ਸਾਹਮਣੇ ਬੈਠੇ ਸਾਨੂੰ ਦਰਸ਼ਨ ਦੇਣ ਦਏ ਨੇ ਜੀ। ਸਾਰੀਆਂ ਥਾਵਾਂ ਤੇ ਨੇ, ਦੇਸ਼ਾਂ ਵਿਦੇਸ਼ਾਂ ਵਿੱਚ ਨੇ। ਕੱਲ ਤੁਸੀਂ ਜਿਹੜੇ ਜਿਹੜੇ ਗੁਰੂ ਘਰਾਂ ਵਿੱਚ ਗਏ ਉੱਥੇ ਉੱਥੇ ਬੈਠੇ ਹੀ ਦਰਸ਼ਨ ਦੇਣ ਦਏ ਜੀ। ਹਾਂਜੀ, ਫਿਰ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ ਵਿੱਚ ਸਾਰੀ ਦੁਨੀਆ ਵਿੱਚ ਖਾਲਸੇ ਦਾ ਰਾਜ ਹੋਏਗਾ। ਕਹਿਣ ਲੱਗੇ ਸਾਰੀ ਦੁਨੀਆ ਵਿੱਚ ਖਾਲਸੇ ਦਾ ਰਾਜ ਹੋਏਗਾ। ਇਹ ਵੀ ਬਚਨ ਕੀਤੇ। ਗੁਰਮੁਖੋ, ਸਤਿਗੁਰਾਂ ਦੇ ਬਚਨ ਉੱਤੇ ਸ਼ੰਕਾ ਕਰਨ ਵਾਲੇ ਵੀ ਬੜੇ ਬੈਠੇ ਜੀ। ਉਹ ਉਸੇ ਸਮੇਂ ਬੈਠੇ ਹੈਗੇ ਜੀ ਬਾਬਾ ਧੀਰਮਲ ਜੀ ਵਰਗੇ। ਹਾਂਜੀ, ਤੇ ਹੁਣ ਕਿਉਂ ਨਹੀਂ ਹੈਗੇ ਜੀ? ਸ਼ੰਕਾ ਕਰਨ ਵਾਲੇ ਨੇ ਹੁਣ ਵੀ ਸ਼ੰਕਾ ਕਰ ਲੈਣਾ। ਪਰ ਇੱਕ ਗੱਲ ਪੱਕੀ ਹੈ, ਸ਼ੰਕਾ ਕਰਨ ਵਾਲੇ ਦਾ ਕਦੀ ਨਿਸਤਾਰਾ ਨਹੀਂ ਜੀ ਹੁੰਦਾ ਜੀ। ਕਿਉਂ? ਜਿਹਦੇ ਅੰਦਰ ਸ਼ੰਕਾ ਹੀ ਪੈਦਾ ਹੋ ਗਿਆ ਉਹਦਾ ਭਲਾ ਕਿਵੇਂ ਹੋਏਗਾ ਜੀ। ਉੱਥੋਂ ਸਾਰਾ ਪਰਿਵਾਰ ਤੁਰਿਆ। ਸੱਚੇ ਪਾਤਸ਼ਾਹ ਮਹਾਰਾਜ ਨੇ ਰਸਤੇ ਵਿੱਚ ਅੱਗੇ ਜਾ ਕੇ ਇੱਕ ਥਾਂ ਤੇ ਜਲ ਛਕਿਆ ਜੀ। ਉਹ ਵੀ ਸਥਾਨ ਸੁਭਾਏਮਾਨ ਹੈ। ਇੱਕ ਥਾਂ ਤੇ ਜਾ ਕੇ ਅੰਮ੍ਰਿਤ ਵੇਲਾ ਜਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਜੀ ਦਾ ਕੀਰਤਨ ਕਰਵਾਇਆ। ਉਹ ਵੀ ਸਥਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਕੀਰਤਪੁਰ ਸਾਹਿਬ ਪਹੁੰਚ ਗਏ। ਹੁਣ ਆਪ ਜੀ ਸੁਣੋ, ਬਹੁਤ ਸਾਰੀਆਂ ਸਿੱਖ ਸੰਗਤਾਂ ਤਕਰੀਬਨ
700-800 ਦੀ ਗਿਣਤੀ ਵਿੱਚ ਤੇ ਨਾਲ ਸਿੱਖ ਸੀ ਜਿਹੜੇ ਸ਼ਸਤਰਧਾਰੀ ਸਨ ਜੀ, ਜਿਨ੍ਹਾਂ ਜੰਗ ਲੜੀ ਸੀ। ਬਾਬਾ ਬਿਧੀ ਚੰਦ ਜੀ, ਜਾਤੀ ਮਲਕ ਜੀ, ਬਾਬਾ ਬਾਬਕ ਬਾਬੀ ਜੀ, ਗੁਰੂ ਕੇ ਮਹਿਲ ਬਾਬਾ ਗੁਰਦਿੱਤਾ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਨ। ਬਾਬਾ ਸੂਰਜਮਲ ਜੀ ਨਾਲ ਨੇ, ਬਾਬਾ ਅਣੀ ਰਾਏ ਜੀ ਨਾਲ ਹਨ। ਬੜੀ ਵੱਡੀ ਗਿਣਤੀ ਵਿੱਚ ਗੁਰੂ ਕੀਆਂ ਸੰਗਤਾਂ ਕੀਰਤਪੁਰ ਸਾਹਿਬ ਪਹੁੰਚੀਆਂ। ਹੁਣ ਅੱਗੇ ਇਤਿਹਾਸ ਚੱਲਣਾ, ਬੜੇ ਪ੍ਰੇਮ ਨਾਲ ਆਪਾਂ ਸਾਰੇ ਸਰਵਣ ਕਰੀਏ। ਦੋਵੇਂ ਹੱਥ ਜੋੜੀਏ ਤੇ ਪ੍ਰੇਮ ਨਾਲ ਆਖੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ, ਸਤਨਾਮ ਵਾਹਿਗੁਰੂ ਸਾਹਿਬ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਵਰ ਤੁਰੰਗ ਗੁਰੂ ਚੜ ਚੱਲੇ। ਰਸਤੇ ਵਿੱਚ ਸਾਧ ਸੰਗਤ ਜੀ, ਜਾਨ ਭਾਈ ਨੇ ਸਰੀਰ ਤਿਆਗ ਦਿੱਤਾ ਸੀਗਾ ਜੀ। ਰਸਤੇ ਵਿੱਚ ਹੀ ਜਾਨ ਭਾਈ ਘੋੜਾ ਦਿਲਬਾਗ ਜੀ, ਉਹਨੇ ਸਰੀਰ ਤਿਆਗ ਦਿੱਤਾ ਸੀਗਾ ਜੀ। ਹਾਂਜੀ, ਤੇ ਗੁਰਮੁਖੋ ਉਹਦੇ ਵਿੱਚ ਵੀ ਕਈ ਗੋਲੀਆਂ ਉਹਦੇ ਸਰੀਰ ਵਿੱਚ ਵੀ ਵੱਜੀਆਂ ਸਨ। ਉਹਦਾ ਵੀ ਰਸਤੇ ਵਿੱਚ ਗੁਰੂ ਜੀ ਨੇ ਸਿੱਖਾਂ ਪਾਸੋਂ ਸੰਸਕਾਰ ਕਰਵਾਇਆ। ਹੋਰ ਘੋੜੇ ਤੇ ਚੜ ਕੇ ਗੁਰੂ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਦੇ ਰਸਤੇ ਤੇ ਤੁਰ ਪਏ ਜੀ। ਹਾਂਜੀ, ਤਿਸ ਹੈ ਕੇ ਗੁਣ ਬਰਣਤ ਭਲੇ। ਤੇ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਦੂਜੇ ਤੇ ਚੜੇ ਜੀ, ਪਰ ਜਾਨ ਭਾਈ ਦੇ ਘੋੜੇ ਦੇ ਗੁਣ ਵੀ ਦੱਸੇ ਜੀ। ਜਾਨ ਭਾਈ ਦੇ ਗੁਣ ਵੀ ਮਹਾਰਾਜ ਵਰਣਨ ਕਰਦੇ ਜਾ ਰਹੇ ਬਾਬਾ ਬਿਧੀ ਚੰਦ ਜੀ ਦੇ ਨਾਲ। ਬਿਧੀ ਚੰਦ ਜਾਨ ਭਾਈ ਨੇ ਆਪਣੀ ਬੜੀ ਸਹਾਇਤਾ ਕੀਤੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਹਦੇ ਵਿੱਚ ਗੁਣ ਨੇ ਜੀ, ਉਹ ਫਿਰ ਭਾਵੇਂ ਘੋੜਾ ਵੀ ਹੈ, ਗੁਰੂ ਜੀ ਨੇ ਉਹਦੇ ਗੁਣਾਂ ਦੀ ਕਦਰ ਪਾਈ ਜੀ। ਹਾਂਜੀ, ਜਿਹਦੇ ਵਿੱਚ ਗੁਣ ਨੇ, ਉਹ ਭਾਵੇਂ ਘੋੜਾ ਹੀ ਕਿਉਂ ਨਹੀਂ ਹੈਗਾ ਜੀ, ਗੁਰੂ ਹਰਗੋਬਿੰਦ ਸਾਹਿਬ ਉਹਦੇ ਗੁਣਾਂ ਦੀ ਵੀ ਕਦਰ ਪਾ ਰਹੇ। ਮਹਾਰਾਜ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਜਾਨ ਭਾਈ ਦੇ ਪਰਥਾਏ ਬਚਨ ਕਰਦੇ ਜਾਂਦੇ। ਮਹਾਰਾਜ ਕਹਿੰਦੇ ਜਾਨ ਭਾਈ ਆਪਣੀ ਬੜੀ ਸਹਾਇਤਾ ਕਰਦਾ ਸੀ। ਹਾਂਜੀ, ਕੀਰਤਪੁਰ ਤਬ ਹੀ ਨਿਰਰਾਇਓ। ਤੇ ਲਾਗੇ ਹੀ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਆ ਗਿਆ ਜੀ। ਹਾਂਜੀ, ਪ੍ਰਵੇਸ਼ੈ ਪੇਖ ਕਹਿ ਭਲੇ ਵਸਾਇਓ। ਤੇ ਹਾਂਜੀ, ਬੁੱਢਣ ਸ਼ਾਹ ਨਿਕਟ ਚੱਲ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਕੀਰਤਪੁਰ ਸਾਹਿਬ ਸੰਘਣਾ ਵਸ ਚੁੱਕਾ ਸੀਗਾ। ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀਗਾ। ਬੜਾ ਸੰਘਣਾ ਇਲਾਕਾ ਵਸ ਚੁੱਕਿਆ ਸੀ। ਕਈ ਘਰ ਕੀਰਤਪੁਰ ਸਾਹਿਬ ਵਿੱਚ ਬਣ ਚੁੱਕੇ ਸਨ ਜੀ। ਮਹਾਰਾਜ ਪਹਿਲਾਂ ਘਰ ਪਰਿਵਾਰ ਵਿੱਚ ਨਹੀਂ ਗਏ ਜੀ, ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਸਿੱਖ ਦੀ ਭਾਵਨਾ ਪੂਰੀ ਕਰਨ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਸਿੱਖ ਕੌਣ ਬਣ ਕੇ ਬੈਠੇ ਜੀ? ਸਿੱਖ ਬਣ ਕੇ ਬੈਠੇ ਪੀਰ ਬੁੱਢਣ ਸ਼ਾਹ ਜੀ। ਹਾਂਜੀ, ਜਿਨ੍ਹਾਂ ਨੂੰ ਪੀਰ ਬੁੱਢਣ ਸ਼ਾਹ ਜੀ ਵੀ ਕਹਿ ਲੈਂਦੇ, ਜਿਨ੍ਹਾਂ ਨੂੰ ਸਾਈਂ ਬੁੱਢਣ ਸ਼ਾਹ ਵੀ ਕਹਿ ਲੈਂਦੇ ਜੀ। ਦੋਵੇਂ ਨਾਮ ਨੇ ਉਹਨਾਂ ਦੇ। ਪੀਰ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰ ਰਹੇ ਸਨ। ਮਹਾਰਾਜ ਸਭ ਕੁਝ ਤਿਆਗ ਕੇ, ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਮਹਾਰਾਜ ਦੇ ਸਰੀਰ ਤੇ 72 ਜ਼ਖਮ ਲੱਗੇ ਸੀਗੇ। 72 ਜ਼ਖਮ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੰਗ ਵਿੱਚ ਲੜਦਿਆਂ। ਕਿਉਂ ਮੈਂ ਅੱਗੇ ਜਾ ਕੇ ਪੜ੍ਹਿਆ, ਆਪਾਂ ਤੇ ਇਹੋ ਵਿਚਾਰ ਕੀਤੀ ਸੀਗੀ ਵੀ ਕੋਈ ਜ਼ਖਮ ਨਹੀਂ ਉੱਥੋਂ ਤੱਕ ਪਹੁੰਚਿਆ, ਪਰ ਕਈ ਤੀਰ ਮਹਾਰਾਜ ਜੀ ਦੇ ਥਾਵਾਂ ਤੇ ਆ ਕੇ ਲੱਗ ਚੁੱਕੇ ਸੀਗੇ ਜੀ। ਮੁੱਖ ਤੀਰ ਜਿਹੜਾ ਕਾਲੇ ਖਾਨ ਦਾ ਸੀ, ਉਹ ਮੱਥੇ ਵਿੱਚ ਲਵਾਇਆ ਜੀ। ਮੱਥੇ ਵਿੱਚ ਵੀ ਲੱਗਾ ਸੀਗਾ ਜੀ। ਹਾਂਜੀ, ਭਾਈ ਸੰਤੋਖ ਸਿੰਘ ਜੀ ਨੇ ਅੱਗੇ ਜਾ ਕੇ ਆਪ ਲਿਖਿਆ ਵੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੀਰ ਨੂੰ 72 ਜ਼ਖਮ ਸਨ ਜੀ। 72 ਜ਼ਖਮ। ਨਾ ਹੀ ਜ਼ਖਮਾਂ ਦੀ ਪਰਵਾਹ ਕੀਤੀ ਜੀ, ਨਾ ਕਿਸੇ ਗੱਲ ਦੀ ਪਰਵਾਹ ਕੀਤੀ। ਅਜੇ ਤੱਕ ਗੁਰੂ ਜੀ ਨੇ ਕਮਰ ਕੱਸਾ ਨਹੀਂ ਖੋਲਿਆ ਜੰਗ ਦਾ ਜੀ। ਕਮਰ ਕੱਸਾ ਨਹੀਂ ਖੋਲਿਆ। ਬਸ ਉਸੇ ਤਰ੍ਹਾਂ ਹੀ ਮਹਾਰਾਜ ਹਨ, ਉਹੋ ਹੀ ਕੱਪੜਿਆਂ ਵਿੱਚ ਜੀ। ਸੱਚੇ ਪਾਤਸ਼ਾਹ ਮਹਾਰਾਜ ਜੰਗ ਕਰਨ ਤੋਂ ਬਾਅਦ ਸਿੱਧਾ ਹੀ ਕੀਰਤਪੁਰ ਸਾਹਿਬ ਨੂੰ ਜਦੋਂ ਤੁਰੇ, ਤੇ ਮਹਾਰਾਜ ਹੁਣ ਸਾਈਂ ਬੁੱਢਣ ਸ਼ਾਹ ਜੀ ਦੇ ਕੋਲ ਜਾ ਰਹੇ ਜੀ। ਹਾਂਜੀ, ਬੈਠਿਓ ਜਹਾਂ ਸਮਾਧੀ ਕਏ। ਤੇ ਗੁਰਮੁਖੋ ਸਾਈਂ ਜੀ ਦੀਆਂ ਪਲਕਾਂ ਨੀਵੀਆਂ ਹੋ ਗਈਆਂ ਹੀ ਜੀ। ਪਲਕਾਂ ਬੜੀਆਂ ਵੱਧ ਚੁੱਕੀਆਂ ਸਨ ਜੀ। ਤੇ ਸਾਈਂ ਜੀ
ਦੋਵੇਂ ਨੇਤਰ ਬੰਦ ਕਰਕੇ ਸਮਾਧੀ ਵਿੱਚ ਲੀਨ ਸਨ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਗੱਲ ਧਿਆਨ ਰੱਖਿਓ, ਦੋ ਸ਼ਬਦ ਨੇ, ਦੋ ਸ਼ਬਦ ਜੀ, ਇੱਕ ਸਮਾਧ ਤੇ ਇੱਕ ਸਮਾਧੀ ਜੀ। ਹਾਂਜੀ, ਦੋ ਸ਼ਬਦ ਨੇ, ਇੱਕ ਸਮਾਧ ਤੇ ਇੱਕ ਸਮਾਧੀ। ਤੇ ਸਮਾਧ ਤਕਰੀਬਨ ਉਹਨਾਂ ਦੀ ਬਣਦੀ ਜਿਹੜੇ ਸਰੀਰ ਤਿਆਗ ਚੁੱਕੇ ਨੇ ਜੀ। ਆਪਾਂ ਵੇਖੀਏ ਹੁਣ ਇਹਨੂੰ ਸਿੱਧੇ ਤੌਰ ਤੇ ਲਈਏ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੀ ਸਮਾਧ ਵਾਲਾ ਸਥਾਨ ਬਣਿਆ। ਬਾਬਾ ਨੌਧ ਸਿੰਘ ਜੀ ਦੀ ਸਮਾਧ ਹੈਗੀ ਹੈ ਜੀ। ਸਰੀਰ ਤਿਆਗਣ ਤੋਂ ਬਾਅਦ ਸਮਾਧ ਬਣਦੀ ਜੀ। ਹਾਂਜੀ, ਪਰ ਜਿਹੜੀ ਸਮਾਧੀ ਹੈ ਨਾ ਗੁਰਮੁਖੋ, ਇਹ ਤਕਰੀਬਨ ਜਿੰਦਿਆਂ ਜੀ ਲੱਗਦੀ ਜੀ ਬੰਦੇ ਦੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਮਾਧ ਤੇ ਇੱਕ ਬਾਅਦ ਚੋਂ ਉਹ ਥਾਂ ਹੈਗੀ ਨਾ ਜੀ, ਜਿੱਥੇ ਬੰਦੇ ਦੇ ਸਰੀਰ ਦਾ ਸੰਸਕਾਰ ਹੋਇਆ ਜੀ। ਹਾਂਜੀ, ਪਰ ਜਿਹੜੀ ਸਮਾਧੀ ਹੈਗੀ ਆ ਨਾ ਜੀ, ਉਹ ਜਿੰਦਿਆਂ ਜੀ ਬੰਦੇ ਦੀ ਲੱਗਦੀ ਜੀ। ਜਿੰਦਿਆਂ ਜੀ ਲੱਗਦੀ ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪਦੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਔਰ ਇਹਦਾ ਭਾਵ ਦੂਜਾ ਨਾ ਲਿਓ, ਬਾਬਾ ਦੀਪ ਸਿੰਘ ਜੀ ਦਾ ਵੀ ਸਮਾਧਾ ਬਣਿਆ, ਪਰ ਇਹੋ ਜਿਹੇ ਗੁਰਮੁਖ ਸਨ ਜਿਨ੍ਹਾਂ ਦੇ ਜਿੰਦਿਆਂ ਜੀ ਵੀ ਸਮਾਧੀਆਂ ਲੱਗੀਆਂ ਹੋਈਆਂ ਹੈਗੀਆਂ ਜੀ। ਹਾਂਜੀ, ਬਾਬਾ ਜੀ, ਬਾਬਾ ਬੁੱਢਣ ਸ਼ਾਹ ਜੀ ਦੀ, ਪੀਰ ਜੀ ਦੀ ਸਮਾਧੀ ਲੱਗੀ ਹੋਈ, ਕੋਈ ਧਿਆਨ ਨਹੀਂ ਹੈਗਾ, ਇੱਕ ਰਸ ਵਿੱਚ ਬੈਠੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਨ ਦਾ। ਜੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲੰਮਾ ਸਮਾਂ ਅੱਖਾਂ ਬੰਦ ਨੇ ਜੀ ਉਹਨਾਂ ਦੀਆਂ। ਤੇ ਗੁਰਮੁਖੋ, ਵੈਸੇ ਅੱਖਾਂ ਬੰਦ ਕਰਨੀਆਂ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਅੱਖਾਂ ਤੇ ਮਿੰਟ ਮਿੰਟ ਤੇ ਬੰਦਾ ਚਮਕਦਾ ਜੀ। ਤੇ 10 ਮਿੰਟ ਆਖੋ ਵੀ ਅੱਖਾਂ ਬੰਦ ਕਰਕੇ ਬੈਠ, ਅਭਿਆਸੀ ਪੁਰਸ਼ ਤੇ ਬਹਿ ਸਕਦਾ, ਆਮ ਬੰਦੇ ਵਾਸਤੇ ਬੜਾ ਔਖਾ ਹੈਗਾ ਜੀ। ਅੱਖਾਂ ਦਾ ਸੁਭਾਅ ਖੋਲ ਕੇ ਵੇਖਣਾ ਦੁਨੀਆ। ਹਾਂਜੀ, ਕਈ ਤਾਂ ਇਹੋ ਜਿਹੇ ਨੇ ਵੀ ਸੰਗਤ ਜੀ, ਸੁੱਤੇ ਪਏ ਵੀ ਉਹਨਾਂ ਦੀਆਂ ਅੱਖਾਂ ਖੁੱਲੀਆਂ ਹੀ ਹੁੰਦੀਆਂ ਜੀ। ਮੈਂ ਇਹੋ ਜਿਹੇ ਵੇਖੇ ਵੀ ਹੈ ਜੀ। ਤੇ ਮੈਨੂੰ ਤਾਂ ਸਿੰਘ ਦੱਸਦੇ, ਕਹਿੰਦੇ ਵੀ ਤੂੰ ਵੀ ਸੁੱਤਾ ਹੁੰਦਾ ਤਾਂ ਤੇਰੀਆਂ ਅੱਖਾਂ ਵੀ ਖੁੱਲੀਆਂ ਹੁੰਦੀਆਂ। ਜਦੋਂ ਤੂੰ ਸੁੱਤਾ ਹੁੰਦਾ ਤੇਰੀਆਂ ਅੱਖਾਂ ਖੁੱਲੀਆਂ ਹੁੰਦੀਆਂ ਜੀ। ਹਾਂਜੀ, ਪਰ ਅੱਖਾਂ ਬੰਦ ਰਹਿਣੀਆਂ ਵੀ ਵਾਹਿਗੁਰੂ ਦੀ ਕਿਰਪਾ ਜੀ। ਹੈ ਤੇ ਅੱਖਾਂ ਖੋਲਣ ਵਾਸਤੇ ਹੀ ਨੇ, ਪਰ ਧਿਆਨ ਵਿੱਚ ਬੈਠਣਾ, ਸਿਮਰਨ ਕਰਦਿਆਂ ਕਰਦਿਆਂ 5 ਮਿੰਟ ਵੀ ਅੱਖਾਂ ਬੰਦ ਕਰਨੀਆਂ ਬੜੀ ਔਖੀ ਗੱਲ ਹੋ ਜਾਂਦੀ ਜੀ। ਹਾਂਜੀ, ਸਾਈਂ ਜੀ ਦੀਆਂ ਅੱਖਾਂ ਬੰਦ ਨੇ। ਸਾਈਂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਨ ਦਾ ਜੀ। ਹਾਂਜੀ, ਸਿਮਰਤ ਸ੍ਰੀ ਹਰਗੋਬਿੰਦ ਰੂਪ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਦੇ ਦਰਸ਼ਨ ਕਰਨ ਦਾ ਜੀ। ਬਾਬਾ ਗੁਰਦਿੱਤਾ ਜੀ ਨੇ ਸਮਝਾਇਆ ਹੀ ਸੀਗਾ, ਉਹ ਇਸ ਤਰ੍ਹਾਂ ਦੇ ਨੇ, ਇੰਨਾ ਲੰਮਾ ਚੌੜਾ ਕੱਦ ਹੈ, ਕਲਗੀ ਸਜਾਉਂਦੇ ਨੇ, ਬੜਾ ਹੀ ਸੋਹਣਾ ਰੂਪ ਹੈ। ਤੇ ਬਾਬਾ ਗੁਰਦਿੱਤਾ ਜੀ ਦੇ ਕਹੇ ਅਨੁਸਾਰ ਪੀਰ ਬੁੱਢਣ ਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਬੰਦ ਕਰਕੇ ਦਰਸ਼ਨ ਕਰਨ ਦਾ ਜੀ। ਹਾਂਜੀ, ਦੇਹੋ ਦਰਸ਼ਨ ਅਭਿਆਨ ਅਨੂਪ। ਅੰਨਾ ਪਤਾ ਅੱਖਾਂ ਬੰਦ ਕਰਕੇ ਕੀ ਅਰਦਾਸਾਂ ਕਰਨ ਦੇ। ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੇਰੇ ਸਰੀਰ ਤਿਆਗਣ ਦਾ ਸਮਾਂ ਨੇੜੇ ਆ ਗਿਆ, ਮੈਨੂੰ ਦਰਸ਼ਨ ਦਿਓ ਸੱਚੇ ਪਾਤਸ਼ਾਹ। ਹਾਂਜੀ, ਕਹਿਓ ਆਏ ਮੈਂ ਹਰਗੋਬਿੰਦ। ਤੇ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਪਹੁੰਚ ਗਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਇਹ ਮੁੱਖੋਂ ਬੋਲ ਕੇ ਅਰਦਾਸਾਂ ਨਹੀਂ ਸੀ ਕਰਨ ਦੇ ਜੀ। ਜਿਹੜੇ ਧਾਰਮਿਕ ਵੱਡੀ ਅਵਸਥਾ ਵਾਲੇ ਗੁਰਮੁਖ ਹੁੰਦੇ ਨਾ ਜੀ, ਉਹ ਫਿਰ ਅੰਦਰ ਹੀ ਅਰਦਾਸਾਂ ਚੱਲਦੀਆਂ ਜੀ ਉਹਨਾਂ ਦੇ। ਖੋਲ ਬਿਲੋਕ ਚੱਖ ਅਰਬਿੰਦ। ਉਹਨਾਂ ਦੇ ਅੰਦਰ ਹੀ ਸਿਮਰਨ ਚੱਲੀ ਜਾਂਦਾ ਜੀ, ਉਹਨਾਂ ਦੇ ਅੰਦਰ ਹੀ ਜੀ। ਸਾਈਂ ਜੀ ਦੇ ਨੇਤਰ ਬੰਦ ਨੇ, ਮੂੰਹ ਕਰਦਾਸ ਹੋ ਰਹੀ, ਮੁੱਖੋਂ ਨਹੀਂ ਕਰਨ ਦੇ ਜੀ, ਅੰਦਰੋਂ ਤਰਲੇ ਪਾਉਂਦੇ, ਮਹਾਰਾਜ ਦਰਸ਼ਨ ਦਿਓ। ਸੱਚੇ ਪਾਤਸ਼ਾਹ, ਜ਼ਿੰਦਗੀ ਦੇ ਥੋੜੇ ਜਿਹੇ ਦਿਨ ਰਹਿ ਗਏ ਨੇ, ਮਹਾਰਾਜ ਕਰੋ ਕਿਰਪਾ, ਮੈਨੂੰ ਦਰਸ਼ਨ ਦਿਓ। ਤੇ ਸਾਧ ਸੰਗਤ ਜੀ, ਸਾਈਂ ਜੀ ਅਜੇ ਅਰਦਾਸਾਂ ਹੀ ਕਰਨ ਦੇ। ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਘੋੜੇ ਤੇ ਬੈਠੇ ਕਹਿਣ ਲੱਗੇ, ਸਾਈਂ ਜੀ ਅੱਖਾਂ ਖੋਲੋ, ਮੈਂ ਆ ਗਿਆ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਅੱਖਾਂ ਖੋਲੋ, ਅਸੀਂ ਆ ਗਏ ਹਾਂ ਕਹਿਣ ਲੱਗੇ। ਹਾਂਜੀ, ਇਹੋ ਦਰਸ ਨਿਜ ਬਾਕ ਸੁਨਾਏ। ਹਾਂਜੀ, ਜਾਬੇ ਹੋ ਕਾਣ ਪਰੀ ਧੁਨ ਜਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਸਾਈਂ ਜੀ ਅੱਖਾਂ ਖੋਲੋ, ਪਲਕਾਂ ਤਾਂ ਚੁੱਕੋ, ਅਸੀਂ ਆ ਗਏ ਹਾਂ। ਜਦੋਂ ਆਹ ਬਚਨ ਸੁਣਿਆ ਤੇ ਸਾਈਂ ਜੀ ਦੇ ਰੋਮ ਰੋਮ ਵਿੱਚ ਆਨੰਦ ਛਾ ਗਿਆ ਜੀ। ਇਹ ਵੀ ਬੜੀ ਵੱਡੀ ਗੱਲ ਚ। ਗੱਜ ਕੇ ਆਖੋ ਵਾਹਿਗੁਰੂ ਗੁਰਮੁਖੋ, ਜਦੋਂ ਪਿਆਰ ਕਰਦੇ ਆ, ਥੋੜਾ ਜਿਹਾ ਜਾਂ ਬੈਰਾਗ ਆਵੇ ਜਾਂ ਵਿਗਾਸ ਆਵੇ, ਜਿਹੜੀ ਅਵਸਥਾ ਗੁਰੂ ਜੀ ਬਖਸ਼ਦੇ ਉਹ ਬਿਆਨ ਨਹੀਂ ਹੋ ਸਕਦੀ ਜੀ। ਰੋਮ ਰੋਮ ਵਿੱਚ
ਸਾਈਂ ਜੀ ਦੇ ਆਨੰਦ ਛਾ ਗਿਆ। ਸਾਈਂ ਜੀ ਬਹੁਤੇ ਹੀ ਆਨੰਦ ਵਿੱਚ ਆ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਸੁਣ ਕੇ। ਜਦੋਂ ਮਹਾਰਾਜ ਨੇ ਕਿਹਾ ਨਾ ਅਸੀਂ ਆ ਗਏ ਆ, ਨੇਤਰ ਖੋਲੋ, ਤੇ ਸਾਈਂ ਜੀ ਦੇ ਕੰਨਾਂ 'ਚ ਪੈਣ ਦੀ ਦੇਰ ਸੀ। ਸਾਈਂ ਜੀ ਦੇ ਜੀਵਨ 'ਚ ਆਨੰਦ ਬਣ ਗਿਆ ਜੀ। ਹਾਂਜੀ, ਅਨਕ ਆਨੰਦ ਤੇ ਨੈਣ ਉਘਾਰੇ। ਬੜੇ ਆਨੰਦ ਨਾਲ ਪਲਕਾਂ ਚੁੱਕੀਆਂ ਜੀ ਆਪਣੀਆਂ। ਬਜ਼ੁਰਗ ਸਰੀਰ ਹੋ ਚੁੱਕਾ ਸੀ, ਪਲਕਾਂ ਤਾਂ ਚੁੱਕੀਆਂ ਤੇ ਨੇਤਰ ਖੋਲੇ ਜੀ ਸਾਈਂ ਜੀ ਨੇ। ਹਾਂਜੀ, ਪਰਿਓ ਚਰਨ ਜਸ ਰੁਚਰਿ ਜੈ ਉਚਾਰੇ। ਗੁਰਮੁਖੋ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਤਕਰੀਬਨ 40 ਸਾਲਾਂ ਤੋਂ ਉੱਤੇ ਦੀ ਸੀਗੀ ਜੀ, ਤੇ ਸਾਈਂ ਜੀ ਦੀ ਉਮਰ 500 ਸਾਲ ਦੀ ਸੀਗੀ ਜੀ। ਅੱਜ ਕੇ ਆਖੋ ਵਾਹਿਗੁਰੂ। ਤੁਸੀਂ ਹੁਣ ਹਿਸਾਬ ਲਾਓ ਵੀ ਕਿੰਨੀ ਉਮਰ ਹੋਏਗੀ ਜੀ। ਹਾਂਜੀ, ਲਗਭਗ 500 ਸਾਲ ਉਮਰ ਸੀਗੀ ਜੀ ਸਾਈਂ ਜੀ ਦੀ ਜੀ। ਇਹ ਇਤਿਹਾਸ ਦੱਸਦਾ, ਇੱਕ ਗ੍ਰੰਥ ਨਹੀਂ ਕਿੰਨਿਆਂ ਗ੍ਰੰਥਾਂ 'ਚ ਇਹ ਗੱਲਾਂ ਲਿਖੀਆਂ। ਸਾਈਂ ਜੀ ਦੇ ਅਸਥਾਨ ਦਾ ਇਤਿਹਾਸ ਇਹ ਗੱਲ ਦੱਸਦਾ ਜੀ। ਤੇ ਸਾਈਂ ਜੀ ਨੇ ਜਦੋਂ ਵੇਖਿਆ ਗੁਰੂ ਜੀ ਆ ਗਏ ਨੇ, ਮਹਾਰਾਜ ਜੀ ਵੀ ਘੋੜੇ ਤੋਂ ਉਤਰੇ, ਤੇ ਸੰਗਤ ਜੀ ਸਾਈਂ ਜੀ ਭੱਜ ਕੇ ਜਾ ਕੇ, ਬਜ਼ੁਰਗ ਸਰੀਰ ਹੈ ਜੀ, ਪਰ ਜਿਹੜਾ ਚਾਅ ਨਾ ਜੀ ਉਹ ਬੰਦੇ ਨੂੰ ਬੁੱਢਾ ਨਹੀਂ ਹੋਣ ਦਿੰਦਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਹੜਾ ਚਾਅ ਨਾ ਜੀ ਉਹ ਬੰਦੇ ਨੂੰ ਬੁੱਢਾ ਨਹੀਂ ਹੋਣ ਦਿੰਦਾ ਜੀ, ਤੇ ਚਾਅ ਹੋਣਾ ਵੀ ਚਾਹੀਦਾ ਜੀ। ਕੱਲ ਯਾਤਰਾ 'ਚ 2-3 ਬਜ਼ੁਰਗਾਂ ਸਾਨੂੰ ਆਖਿਆ ਵੀ ਅੰਦਰ ਦਾ ਚਾਅ ਹੀ ਇੰਨਾ ਵੀ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਆਪਣਾ ਦੁੱਖ ਕਹਿਣ ਲੱਗੇ, ਤੇ ਗੱਲ ਸੱਚੀ ਹੈ। ਚਾਅ ਨਹੀਂ ਬੁੱਢਿਆਂ ਹੋਣ ਦਿੰਦਾ ਜੀ। ਸਾਈਂ ਜੀ ਨੇ ਭੱਜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਹੱਥ ਧਰਿਆ ਜੀ। ਜਾ ਕੇ ਐਡੇ ਵੱਡੇ ਪੀਰ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਕੀਤੀ ਨਮਸਕਾਰ। ਆਪ ਜੀ ਵੀ ਕਰੋ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪਰ ਉਹ ਚਰਨ ਜਸ ਰੁਚਰ ਉਚਾਰੇ, ਨਾਲੇ ਚਰਨਾਂ ਤੇ ਪੈ ਗਏ ਤੇ ਨਾਲੇ ਸਾਈਂ ਜੀ ਪੀਰ ਜੀ ਬੜਾ ਹੀ ਜਸ ਕਰ ਰਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਹਾਂਜੀ, ਨਮੋ ਨਮੋ ਤੁਮਕੋ ਜਗ ਸੁਆਮੀ। ਹੇ ਜਗਤ ਦੇ ਮਾਲਕ, ਜਗਤ ਦੇ ਖੁਦਾ, ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੈਂ ਬਾਰ-ਬਾਰ ਤੁਹਾਨੂੰ ਨਮਸਕਾਰ ਕਰਦਾ, ਬਾਰ-ਬਾਰ ਤੁਹਾਨੂੰ ਨਮਸਕਾਰ ਕਰਦਾ। ਤੇ ਆਪਾਂ ਵੀ ਕਰੀਏ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਵੇਖ ਲਓ, ਜਿਨ੍ਹਾਂ ਨੂੰ ਪਤਾ ਗੁਰੂ ਦੇ ਚਰਨਾਂ 'ਚ ਬਾਰ-ਬਾਰ ਨਮਸਕਾਰ ਕਰਨੀ ਚਾਹੀਦੀ, ਉਹ ਕਰਨ ਦੇ ਜੀ। ਹਾਂਜੀ, ਬਾਰ-ਬਾਰ ਜਾਉ ਗੁਰ ਆਪਣੇ, ਜਿਨ੍ਹਾਂ ਨੂੰ ਪਤਾ ਉਹ ਬਾਰ-ਬਾਰ ਕਰਨ ਦੇ ਜੀ। ਮਹਾਰਾਜ ਮੈਂ ਬਾਰ-ਬਾਰ ਨਮਸਕਾਰ ਕਰਦਾ, ਤੁਸੀਂ ਜਗਤ ਦੇ ਸੁਆਮੀ ਹੋ, ਮਾਲਕ ਹੋ, ਤੁਸੀਂ ਤੇ ਖੁਦ ਖੁਦਾ ਹੋ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ, ਨਮੋ ਨਮੋ ਪ੍ਰਭ ਅੰਤਰ ਜਾਮੀ। ਹੇ ਅੰਤਰ ਜਾਮੀ ਮਹਾਰਾਜ ਸੱਚੇ ਪਾਤਸ਼ਾਹ, ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਜੀ, ਤੁਸੀਂ ਮੇਰੇ ਦਿਲ ਦੀ ਗੱਲ ਜਾਣ ਕੇ ਆ ਗਏ ਮੇਰੇ ਕੋਲ। ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਨਮਸਕਾਰ ਹੈ ਮੇਰੀ, ਤੁਹਾਨੂੰ ਨਮਸਕਾਰ ਹੈ ਮੇਰੀ। ਤੁਸੀਂ ਵੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਈਂ ਜੀ ਬੜੀਆਂ ਹੀ ਤਾਰੀਫਾਂ ਕਰਨ ਦੇ ਪਿਆਰ ਵਿੱਚ ਆ ਕੇ ਜੀ। ਹਾਂਜੀ, ਨਮੋ ਨਮੋ ਗਨ ਤੁਰਕਣ ਕਰਤਾ, ਨਮੋ ਨਮੋ ਉਜਲ ਜਸ ਕਰਤਾ। ਹੇ ਸੱਚੇ ਪਾਤਸ਼ਾਹ, ਤੁਸੀਂ ਬੇਅੰਤ ਤੁਰਕਾਂ ਦਾ ਨਾਸ਼ ਕਰਕੇ ਆਏ ਹੋ, ਦੁਸ਼ਟਾਂ ਪਾਪੀਆਂ ਦਾ ਨਾਸ਼ ਕਰਕੇ ਆਏ, ਤੁਹਾਨੂੰ ਨਮਸਕਾਰ ਹੈ ਸੱਚੇ ਪਾਤਸ਼ਾਹ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਵੇਖਿਆ ਜਾਵੇ ਤੇ ਸਾਈਂ ਜੀ ਵੀ ਮੁਸਲਮਾਨ ਪਰਿਵਾਰ ਚੋਂ ਹੀ ਨੇ, ਪਰ ਕਿੱਡੀ ਬਖਸ਼ਿਸ਼ ਹੈ ਜੀ, ਕਿੱਡੀ ਰੱਬ ਦੀ ਮਿਹਰ ਹੈ ਜੀ। ਉਹ ਉਲਟਾ ਦੂਜਿਆਂ ਨੂੰ ਦੁਸ਼ਟ ਕਹਿੰਦੇ ਜੀ। ਮਹਾਰਾਜ ਤੁਸੀਂ ਕਈ ਦੁਸ਼ਟਾਂ ਦਾ ਨਾਸ਼ ਕਰਕੇ ਆਏ ਹੋ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹੋ ਸੱਚੇ ਪਾਤਸ਼ਾਹ। ਤੁਹਾਡਾ ਜਸ ਬੜਾ ਉਜਲ ਹੈ। ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਹਾਨੂੰ ਨਮਸਕਾਰ ਹੈ ਮੇਰੀ। ਮੱਥਾ ਟੇਕਦਾ ਮਹਾਰਾਜ। ਹਾਂਜੀ, ਸੱਚ ਦਾ ਆਨੰਦ ਸਰੂਪ ਤੁਮਾਰਾ। ਇਹ ਸੱਚੇ ਪਾਤਸ਼ਾਹ ਮਹਾਰਾਜ, ਤੁਹਾਡਾ ਜਿਹੜਾ ਸਰੂਪ ਹੈ ਉਹ ਖੁਦਾ ਵਾਲਾ ਸਰੂਪ ਹੈ, ਖੁਦਾ ਵਾਲਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਵੇਖ ਲਓ, ਮੈਂ ਕੱਲ ਵੀ ਬੇਨਤੀ ਕਰਕੇ ਆਇਆ ਯਾਤਰਾ ਵਿੱਚ ਵੀ ਇੱਕ ਥਾਂ ਤੇ, ਗੁਰਮੁਖੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੁਦ ਖੁਦਾ ਹੀ ਸਨ ਜੀ, ਖੁਦ ਰੱਬ ਨੇ, ਖੁਦ ਪਰਮੇਸ਼ਰ ਨੇ, ਤੇ ਗੁਰੂ ਗ੍ਰੰਥ ਸਾਹਿਬ ਵੀ ਉਹੀ ਰੂਪ ਨੇ ਜੀ। ਹਾਂਜੀ, ਭਾਵਨਾ ਬਰਾਬਰ ਹੀ ਰੱਖਣੀ ਹੈ ਜੀ ਆਪਾਂ। ਸਾਈਂ ਜੀ ਕਹਿੰਦੇ ਵੇਖੋ, ਜਿਨ੍ਹਾਂ ਨੂੰ ਪਛਾਣ ਹੈ ਉਹ ਕਹਿੰਦੇ ਜੀ। ਹਾਂਜੀ, ਸਾਈਂ ਜੀ ਦੀ ਪਹੁੰਚ ਹੈਗੀ ਇੰਨੀ ਜੀ, ਸਾਈਂ ਜੀ ਕਹਿ ਰਹੇ ਜੀ। ਉਧਰੋਂ ਸਾਈਂ ਮੀਆਂ ਮੀਰ ਜੀ ਦੀ ਪਹੁੰਚ ਸੀ, ਉਹਨਾਂ ਵੀ ਇਹ ਗੱਲਾਂ ਆਖੀਆਂ ਜੀ। ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਤੇ ਖੁਦਾ ਹੋ ਮਹਾਰਾਜ। ਜਿਹੜਾ ਆਪ ਜੀ ਦਾ ਚਿਹਰਾ ਹੈ ਖੁਦਾ ਵਾਲਾ ਚਿਹਰਾ,
ਰੱਬੀ ਚਿਹਰਾ, ਬਖਸ਼ਿਸ਼ਾਂ ਵਾਲਾ ਸਰੂਪ ਹੈ ਤੁਹਾਡਾ। ਹਾਂਜੀ ਮਸ਼ ਕਸ਼ ਬਾਵਨ ਤਨ ਧਾਰਾ। ਮਹਾਰਾਜ ਇਹ ਜਿੰਨੇ ਵੀ ਰੂਪ, ਅਸ਼ਟਮ ਰੂਪ ਮਹਾਰਾਜ, ਇਹ ਜਿੰਨੇ ਵੀ ਰੂਪ ਨੇ ਇਹ ਤੁਹਾਡੇ ਹੀ ਨੇ ਮਹਾਰਾਜ, ਜਿਹੜੇ ਪਹਿਲੇ ਯੁੱਗਾਂ ਵਿੱਚ ਅਵਤਾਰ ਹੋਏ ਨੇ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਭ ਤੁਹਾਡੇ ਹੀ ਰੂਪ ਨੇ। ਹਾਂਜੀ ਸ਼੍ਰੀ ਨਾਨਕ ਸ਼੍ਰੀ ਅੰਗਦ ਅਮਰ। ਤੇ ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ਼੍ਰੀ ਗੁਰੂ ਨਾਨਕ ਦੇਵ ਜੀ। ਸਾਈਂ ਬੁੱਢਣ ਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਨ ਦੇ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਗੁਰੂ ਨਾਨਕ ਸਾਹਿਬ ਹੋ ਮਹਾਰਾਜ, ਤੁਸੀਂ ਗੁਰੂ ਅੰਗਦ ਦੇਵ ਸਾਹਿਬ ਹੋ, ਤੁਸੀਂ ਗੁਰੂ ਅਮਰਦਾਸ ਸਾਹਿਬ ਹੋ ਸੱਚੇ ਪਾਤਸ਼ਾਹ। ਹਾਂਜੀ ਰਾਮ ਗੁਰੂ ਅਰਜਨ ਰਚ ਸਮਰ। ਮਹਾਰਾਜ ਤੁਸੀਂ ਗੁਰੂ ਰਾਮਦਾਸ ਸਾਹਿਬ ਹੋ ਤੇ ਸੱਚੇ ਪਾਤਸ਼ਾਹ ਮੇਰੇ ਵਾਸਤੇ ਤੁਸੀਂ ਗੁਰੂ ਅਰਜਨ ਦੇਵ ਜੀ ਦਾ ਰੂਪ ਹੋ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਕਹੋਗੇ ਸਾਈਂ ਜੀ ਨੂੰ ਸਾਰਿਆਂ ਦੇ ਨਾਮ ਕਿਵੇਂ ਪਤਾ? ਗੁਰਮੁਖੋ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਹੈ। ਜਿਹੜੇ ਸਿਮਰਨ ਕਰਦੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਜੀ। ਹਾਂਜੀ ਉਹਨਾਂ ਨੂੰ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਰਹਿੰਦੀ ਜੀ, ਉਹਨਾਂ ਦੇ ਅੰਦਰ ਹੀ ਸਾਰਾ ਗਿਆਨ ਪੈਦਾ ਹੋ ਜਾਂਦਾ ਜੀ। ਸਾਈਂ ਜੀ ਬੜੀਆਂ ਹੀ ਤਾਰੀਫਾਂ ਗੁਰੂ ਹਰਗੋਬਿੰਦ ਸਾਹਿਬ ਜੀ, ਕਿਉਂ? ਉਹਨਾਂ ਨੂੰ ਪਤਾ ਸੀ ਮੇਰੀ ਜ਼ਿੰਦਗੀ ਦਾ ਸਮਾਂ ਥੋੜਾ ਜਿਹਾ ਰਹਿ ਗਿਆ। ਹਾਂਜੀ ਛਟਮ ਰੂਪ ਧਰ ਦਰਸ਼ਨ ਦੀਨਾ। ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਰੂਪ ਚ ਤੁਹਾਡੇ ਦਰਸ਼ਨ ਕੀਤੇ, ਅੱਜ ਸੱਚੇ ਪਾਤਸ਼ਾਹ ਤੁਸੀਂ 6ਵੇਂ ਰੂਪ ਚ ਦਰਸ਼ਨ ਦੇ ਰਹੇ ਹੋ। ਵੇਖੋ ਬਾਬਾ ਬੁੱਢਣ ਸ਼ਾਹ ਜੀ ਦੀ ਕਿੰਨੀ ਉਮਰ ਹੋਏਗੀ ਜੀ, ਤੁਸੀਂ ਆਪੇ ਹੁਣ ਹਿਸਾਬ ਲਾਓ ਨਾ ਜੀ। ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਇਹਨਾਂ ਦੀਆਂ ਪਲਕਾਂ ਨੀਵੀਆਂ ਹੀ ਹੈਗੀਆਂ ਜੀ, ਉਦੋਂ ਹੀ ਇੰਨੀ ਉਮਰ ਸੀਗੀ ਜੀ। ਹਾਂਜੀ ਤੇ ਹੁਣ 6ਵੇਂ ਗੁਰੂ ਜੀ ਦਾ ਸਮਾਂ ਆ ਗਿਆ ਜੀ। 6ਵੇਂ ਗੁਰੂ ਜੀ ਦਾ 6 ਸਰੂਪਾਂ ਤੱਕ ਇਕਾਂਤ ਚ ਬੈਠੇ ਬੰਦਗੀ ਕਰਦੇ ਰਹੇ ਜੀ, ਬੰਦਗੀ ਕਰਦੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਹੁਣ 6ਵੇਂ ਰੂਪ ਚ ਆ ਕੇ ਦਰਸ਼ਨ ਦਿੱਤੇ, ਤੁਹਾਡਾ ਬੇਅੰਤ ਬੇਅੰਤ ਸ਼ੁਕਰ ਹੈ। ਹਾਂਜੀ ਮਮ ਕਲਿਆਣ ਸਗਲ ਬਿਦ ਕੀਨਾ। ਸੱਚੇ ਪਾਤਸ਼ਾਹ ਤੁਸੀਂ ਪਹਿਲੇ ਰੂਪ ਚ ਆ ਕੇ ਮੇਰਾ ਕਲਿਆਣ ਕਰ ਗਏ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਪਤਾ ਕਿਉਂ ਜੀ? ਇੱਕ ਵਾਰੀ ਫਿਰ ਗੱਜ ਕੇ ਆਖੋ ਵਾਹਿਗੁਰੂ। ਕਿਸੇ ਜੀਵ ਦੇ ਅੰਦਰ ਜੇ ਨਾਮ ਚਲਾ ਸਕਦੇ ਤੇ ਉਹ ਸਤਿਗੁਰੂ ਹੀ ਚਲਾ ਸਕਦੇ ਜੀ, ਆਮ ਬੰਦਾ ਨਹੀਂ ਚਲਾ ਸਕਦਾ ਜੀ। ਨਾ ਕਿਸੇ ਵਿੱਚ ਤਾਕਤ ਹੀ ਹੈਗੀ ਹੈ ਜੀ। ਹਾਂਜੀ ਇਹ ਤੇ ਸਤਿਗੁਰੂ ਦੇ ਹੱਥਾਂ 'ਚ ਦਾਤ ਹੈਗੀ ਹੈ ਜੀ। ਗੁਰਮੁਖੋ ਗੁਰੂ ਨਾਨਕ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਈਂ ਜੀ ਦੇ ਰੋਮ ਰੋਮ ਵਿੱਚ ਨਾਮ ਚਲਾਇਆ ਹੈਗਾ ਜੀ। ਉਸ ਦਿਨ ਤੋਂ ਬਾਅਦ ਸਾਈਂ ਜੀ ਬੰਦਗੀ 'ਚ ਜੁੜ ਗਏ ਸੀ। ਪਹਿਲਾਂ ਨਾਮ ਜਪਦੇ ਸੀ, ਰਸ ਕੋਈ ਨਹੀਂ ਸੀ ਬਣਦਾ ਜੀ। ਇਹ ਆਮ ਤੌਰ ਤੇ ਗੱਲਾਂ ਚੱਲਦੀਆਂ। ਕਈ ਕਹਿੰਦੇ ਜੀ ਨਿਤਨੇਮ ਕਰਦੇ ਆ, ਸਾਡੇ ਅੰਦਰ ਉਹ ਗੱਲ ਨਹੀਂ ਬਣਦੀ, ਉਹ ਰਸ ਨਹੀਂ ਬਣਦਾ। ਤੇ ਗੁਰਮੁਖੋ ਲੱਗੇ ਰਹਿਣਾ ਚਾਹੀਦਾ, ਗੁਰੂ ਜੀ ਅੱਗੇ ਅਰਦਾਸਾਂ ਕਰਦੇ ਰਹਿਣਾ ਚਾਹੀਦਾ। ਇਹ ਨਿਤਨੇਮ ਦਾ ਰਸ, ਇਹ ਭਜਨ ਬਾਣੀ ਦਾ ਜਿਹੜਾ ਰਸ ਹੈ ਨਾ, ਇਹ ਗੁਰੂ ਜੀ ਨੇ ਬਖਸ਼ਿਸ਼ ਕਰਨਾ ਜੀ। ਗੁਰੂ ਨਾਨਕ ਸਾਹਿਬ ਜੀ ਨੇ ਰੋਮ ਰੋਮ ਵਿੱਚ ਨਾਮ ਚਲਾ ਦਿੱਤਾ ਸੀਗਾ ਦ੍ਰਿਸ਼ਟੀ ਪਾ ਕੇ ਜੀ। ਹਾਂਜੀ ਸਾਈਂ ਜੀ ਕਹਿੰਦੇ ਮਹਾਰਾਜ ਤੁਸੀਂ ਤੇ ਪਹਿਲੇ ਰੂਪ 'ਚ ਹੀ ਆ ਕੇ ਮੇਰਾ ਕਲਿਆਣ ਕਰ ਗਏ। ਹਾਂਜੀ ਕਹਿ ਜਸ ਬਹੁ ਬਿਦ ਪਗ ਪਰ ਪਰਿਓ। ਹੋਰ ਪਤਾ ਨਹੀਂ ਕਿੰਨਾ ਕੁ ਜਸ ਸਾਈਂ ਬੁੱਢਣ ਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੀਤਾ। ਤੇ ਬਾਰ-ਬਾਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਹੱਥ ਲਾਉਣ ਜੀ, ਬਾਰ-ਬਾਰ ਨਮਸਕਾਰਾ ਕਰਨ। ਗੁਰਮੁਖੋ ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ ਉਹ ਬਾਰ-ਬਾਰ ਕਰਦੇ ਜੀ, ਉਹਨਾਂ ਦੇ ਹੱਥ ਜੁੜੇ ਰਹਿੰਦੇ ਜੀ, ਕਿਉਂ? ਅੰਦਰ ਪ੍ਰੇਮ ਬੜਾ ਜੀ। ਹਾਂਜੀ ਗੁਰ ਗਹਿ ਭੁਜ ਗਰ ਲਾਵਣ ਕਰਿਓ। ਤੇ ਗੁਰਮੁਖੋ ਸਾਈਂ ਜੀ ਮਹਾਰਾਜ ਨੂੰ ਨੀਵੇਂ ਹੋ ਕੇ ਮੱਥਾ ਟੇਕਣ ਦੇ। ਹੁਣ ਉਮਰ ਇੰਨੀ ਵੱਡੀ ਜੀ, ਮਹਾਰਾਜ ਨੇ ਪੂਜਾਵਾਂ ਤੋਂ ਫੜਿਆ ਤੇ ਸਾਈਂ ਬੁੱਢਣ ਸ਼ਾਹ ਜੀ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਇਹ ਗੱਲ ਸਪਸ਼ਟ ਕਰਦੀ ਹੈ, ਕਿਤੇ ਭੁਲੇਖਾ ਨਾ ਪੈ ਜੇ। ਆਮ ਲੋਕ ਗਲਤ ਪ੍ਰਚਾਰ ਵੀ ਕਰ ਦਿੰਦੇ ਜੀ, ਕਿਉਂ? ਜਿਹੜਾ ਅਨਮਤੀਆ ਨਾ ਜੀ, ਗੁਰੂ ਕਾ ਸਿੱਖ ਤੇ ਨਹੀਂ, ਜਿਹੜਾ ਅਨਮਤੀਆ ਜਾਂ ਜਿਹਨੂੰ ਘੱਟ ਪਤਾ ਜੀ, ਉਹਨੇ ਤੇ ਇਹ ਕਹਿ ਦੇਣਾ ਵੀ ਗੁਰੂ ਹਰਗੋਬਿੰਦ ਸਾਹਿਬ ਮੁਸਲਮਾਨਾਂ ਦੇ ਵਿਰੁੱਧ ਸਨ ਜੀ। ਹਾਂਜੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਵੱਧ ਪਤਾ ਜੀ, ਪਰ ਜੋ ਗ੍ਰੰਥਾਂ ਵਿੱਚ ਲਿਖਿਆ ਜੀ, ਉਹਨੇ ਇਹ ਕਹਿਣਾ ਗੁਰੂ ਸਾਹਿਬ ਮੁਸਲਮਾਨਾਂ ਦੇ ਖਿਲਾਫ ਸਨ। ਤੇ ਗੁਰਮੁਖੋ ਸਾਈਂ ਜੀ ਵੀ ਮੁਸਲਮਾਨ ਹੀ ਸਨ ਨਾ ਜੀ। ਨਾਮ ਜਪਣ ਵਾਲਾ ਜਿਹੜਾ ਪੁਰਸ਼ ਹੈ ਉਹ ਕਿਸੇ ਵੀ ਧਰਮ ਦਾ ਹੋਵੇ, ਉਹ ਗੁਰੂ ਜੀ ਦੀ ਖੁਸ਼ੀ ਲੈ ਲੈਂਦਾ ਜੀ। ਕਿਉਂ? ਮਿਹਨਤ ਕਰਨ ਦਿਆ ਜੀ, ਮਿਹਨਤ ਕਰ ਰਿਹਾ, ਨਾਮ ਜਪ ਰਿਹਾ, ਲੱਗਾ। ਗੁਰੂ ਜੀ ਨੇ ਤੇ ਉਹਦੀ ਭਗਤੀ ਨੂੰ ਫਲ ਲਾਉਣਾ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਈਂ ਜੀ ਨੂੰ ਆਪਣੇ ਗਲੇ ਨਾਲ ਲਾਇਆ।
ਆਪਣੇ ਸੀਨੇ ਨਾਲ ਲਾਇਆ ਸੱਚੇ ਪਾਤਸ਼ਾਹ ਮਹਾਰਾਜ ਨੇ। ਹਾਂਜੀ ਸਕਲ ਆਸ ਪੂਰਨ ਤਬ ਭਈ ਹਾਂਜੀ ਸਭ ਗਿਆਤਾ ਔਰ ਮਹਿ ਬਿਦ ਤਈ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰਮੁਖੋ ਗੁਰੂ ਨਾਨਕ ਸਾਹਿਬ ਨੇ ਤੇ ਵੈਸੇ ਹੀ ਬੜੀ ਕਿਰਪਾ ਕੀਤੀ ਸੀ। ਸਾਈਂ ਜੀ ਦੇ ਰੋਮ ਰੋਮ ਚ ਨਾਮ ਵਸਾਇਆ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਸੀਨੇ ਨਾਲ ਲਾਇਆ ਤੇ ਹੋਰ ਕਿਰਪਾ ਹੋ ਗਈ ਜੀ ਉਹਨਾਂ ਉੱਤੇ ਜੀ, ਹੋਰ ਬਖਸ਼ਿਸ਼ ਹੋ ਗਈ, ਅੰਦਰ ਦਾ ਰਸ ਹੋਰ ਚੱਲਣ ਲੱਗ ਪਿਆ। ਇਹ ਗੱਲਾਂ ਉਹਨਾਂ ਨੂੰ ਪਤਾ ਜਿਨ੍ਹਾਂ ਨੂੰ ਕਿਤੇ ਰੱਬ ਦੀ ਕਿਰਪਾ ਨਾਲ ਵਾਹਿਗੁਰੂ ਦੀ ਦ੍ਰਿਸ਼ਟੀ ਨਾਲ ਕਿਤੇ ਅੰਦਰ ਦਾ ਰਸ ਆਇਆ ਹੁੰਦਾ ਜੀ। ਸਾਈਂ ਜੀ ਦੇ ਅੰਦਰ ਹੋਰ ਰਸ ਚੱਲਣ ਲੱਗ ਪਿਆ, ਹੋਰ ਆਨੰਦ ਸਾਈਂ ਜੀ ਦੀ ਜ਼ਿੰਦਗੀ ਚ ਬਣ ਗਿਆ। ਹਾਂਜੀ ਸ੍ਰੀ ਗੁਰ ਦਿੱਤਾ ਤਬ ਚੱਲ ਆਇਓ ਨਮੋ ਪਰਸ ਪਰ ਕਰ ਸੁਖ ਪਾਇਓ। ਤੇ ਉਹਨਾਂ ਚਿਰ ਨੂੰ ਪਿੱਛੇ ਪਿੱਛੇ ਬਾਬਾ ਗੁਰਦਿੱਤਾ ਜੀ ਆ ਗਏ। ਬਾਬਾ ਗੁਰਦਿੱਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ ਤੇ ਸਾਈਂ ਜੀ ਨੂੰ ਵੀ ਕੀਤੀ ਜੀ। ਹਾਂਜੀ ਸਤਿਗੁਰ ਭਨਿਓ ਜਾਏ ਹਮ ਡੇਰੇ। ਹੁਣ ਸਾਈਂ ਜੀ ਨੇ ਸਵੇਰੇ ਸਰੀਰ ਤਿਆਗਣਾ ਜੀ, ਅੱਜ ਨਹੀਂ ਤਿਆਗਣਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਤਿਗੁਰੂ ਨੂੰ ਤੇ ਪਤਾ ਵੀ ਸਾਈਂ ਜੀ ਦੀ ਉਮਰ ਕਿੰਨੀ ਹੈ। ਮਹਾਰਾਜ ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗੇ ਵੀ ਬਾਬਾ ਜੀ ਅਸੀਂ ਆਪਣੇ ਸਥਾਨ ਤੇ ਚੱਲੇ ਡੇਰੇ। ਹਾਂਜੀ ਇਹ ਅਬ ਬੈਠਾਂਗੇ ਢਿੱਗ ਤੇਰੇ। ਤੇ ਤੁਸੀਂ ਸਾਈਂ ਜੀ ਦੇ ਕੋਲ ਬੈਠੋ। ਸਾਈਂ ਜੀ ਨੂੰ ਆਖਿਆ ਸਾਈਂ ਜੀ ਅਸੀਂ ਹੁਣ ਡੇਰੇ ਜਾ ਰਹੇ ਹਾਂ, ਦਿਨੇ ਆਵਾਂਗੇ ਜਦੋਂ ਤੁਸੀਂ ਸਰੀਰ ਤਿਆਗਣਾ। ਕਹਿਣ ਲੱਗੇ ਉਹਨਾਂ ਚਿਰ ਤੱਕ ਬਾਬਾ ਗੁਰਦਿੱਤਾ ਜੀ ਤੁਹਾਡੇ ਕੋਲ ਬੈਠਣਗੇ। ਹਾਂਜੀ ਹਿਮ ਕਹੈ ਗਮਨ ਕੀਨ ਤਤਕਾਲਾ। ਹਾਂਜੀ ਜਾਤੀ ਮਲਕ ਵਿਪਰ ਦੇ ਨਾਲਾ। ਤੇ ਗੁਰਮੁਖੋ ਇਹ ਕਹਿ ਕੇ ਸੱਚੇ ਪਾਤਸ਼ਾਹ ਮਹਾਰਾਜ ਡੇਰੇ ਆ ਗਏ ਜੀ। ਜਾਤੀ ਮਲਕ ਬਾਬਾ ਬਿਧੀ ਚੰਦ ਜੀ, ਭਾਬੀ ਬਾਬਕਰ ਬਾਬੀ ਜੀ, ਹੋਰ ਸਾਰੇ ਸਿੱਖ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਸਨ ਜੀ। ਹਾਂਜੀ ਸ਼ਸਤਰ ਬਸਤਰ ਸਭ ਧਰੇ ਉਤਾਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਅਸਥਾਨ ਤੇ ਫਿਰ ਕਮਰ ਕੱਸਾ ਖੋਲਣਾ ਸੀਗਾ। ਸ਼ਸਤਰ ਬਸਤਰ ਪਹਿਲਾਂ ਧਾਰਨ ਕੀਤੇ ਸਨ। ਹਾਂਜੀ ਕੀਨ ਇਸ਼ਨਾਨ ਲੀਨ ਬਹੁ ਬਾਰੀ। ਉਹ ਮਹਾਰਾਜ ਨੇ ਸਾਰੇ ਉਤਾਰੇ ਸ਼ਸਤਰ ਬਸਤਰ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਨਾਨ ਦੀ ਤਿਆਰੀ ਕੀਤੀ ਜੀ। ਤੇ ਹੁਣ ਕੱਲ ਤੁਸੀਂ ਮਹਾਰਾਜ ਦੇ ਚੋਲੇ ਦੇ ਵੀ ਦਰਸ਼ਨ ਕਰਕੇ ਆਏ ਉਸ ਸਥਾਨ ਤੇ, ਜਾਂ ਹੋਰ ਵਸਤੂਆਂ ਦੇ ਦਰਸ਼ਨ ਕਰਕੇ ਆਏ ਹੋ। ਜਦੋਂ ਮਹਾਰਾਜ ਨੇ ਇਸ਼ਨਾਨ ਦੀ ਤਿਆਰੀ ਕੀਤੀ, ਕੋਲ ਖਲੋਤੇ ਸੇਵਕ ਹੈਰਾਨ ਹੋ ਗਏ ਜੀ ਇੱਕਦਮ। ਹਾਂਜੀ ਤੀਰ ਆਦ ਕੇ ਕਹਾਵ ਬਸਾਲਾ। ਹਾਂਜੀ ਲੱਗੇ 72 ਜਾਬਰਣ ਘਾਲਾ। ਗੁਰਮੁਖੋ ਜਦੋਂ ਮਹਾਰਾਜ ਜੀ ਨੇ ਚੋਲਾ ਸਾਹਿਬ ਉਤਾਰਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੀਰ ਤੇ 72 ਜ਼ਖਮ ਸਨ ਜੀ। ਗੱਜ ਕੇ ਆਖੋ ਵਾਹਿਗੁਰੂ। 72 ਜ਼ਖਮ ਸਨ ਸੱਚੇ ਪਾਤਸ਼ਾਹ ਦੇ ਸਰੀਰ ਉੱਤੇ। ਹਾਂਜੀ ਕਮਰ ਕਸਾ ਖੋਲਤ ਗਨ ਗਿਣੇ। ਸੁਣੇ ਜਬ ਬਿਸਮੈ ਸੇਵਕ ਭਣੇ। ਸੇਵਕ ਹੈਰਾਨ ਹੋ ਗਏ। ਬਾਬਾ ਬਿਧੀ ਚੰਦ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਬਿਧੀ ਚੰਦ ਜ਼ਖਮ ਤੇ ਗਿਣ ਸਾਡੇ ਸਰੀਰ ਤੇ ਕਿੰਨੇ ਕੁ ਲੱਗੇ ਨੇ। ਅਸਰ ਨਹੀਂ ਹੈਗਾ ਕੋਈ ਵੀ, ਦਰਦ ਪੀੜ ਵਾਲੀ ਗੱਲ ਨਹੀਂ ਹੈਗੀ ਜੀ। ਉਹ ਤੇ ਆਪ ਪਰਮੇਸ਼ਰ ਦਾ ਸਰੀਰ ਹੈ। ਮਹਾਰਾਜ ਕਹਿੰਦੇ ਬਿਧੀ ਚੰਦ ਜੀ ਆ ਸਾਡੇ ਜ਼ਖਮ ਤੇ ਗਿਣੋ ਹਾਂ ਕਿੰਨੇ। ਬਾਬਾ ਬਿਧੀ ਚੰਦ ਜੀ ਨੇ ਸਾਰੇ ਮਹਾਰਾਜ ਦੇ ਇੱਧਰ ਬਾਹਾਂ ਤੇ ਹੋਰ ਆਸੇ ਪਾਸੇ ਜ਼ਖਮ ਵੇਤੇ ਤੇ 72 ਨਿਕਲੇ ਜੀ। ਜਦੋਂ ਸਿੱਖਾਂ ਸੁਣਿਆ ਵੀ ਹੈ 72 ਜ਼ਖਮ ਹੋਏ ਨੇ, ਗੁਰੂ ਕੇ ਸਿੱਖ ਸੁਣ ਕੇ ਹੈਰਾਨ ਰਹਿ ਗਏ। ਧੰਨ ਚ ਸੱਚੇ ਪਾਤਸ਼ਾਹ, ਕੋਈ ਪ੍ਰਕਾਰ ਦਾ ਦਰਦ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰਮੁਖੋ ਸਤਿਗੁਰੂ ਤੇ ਬਹੁਤ ਵੱਡੇ ਨੇ। ਇੱਥੇ ਤੇ ਗੁਰੂ ਦੇ ਸਿੱਖ ਕੱਟੇ ਸਿਰ ਨਾਲ ਹੀ ਲੜੀ ਜਾਂਦੇ ਜੀ। ਹਾਂਜੀ ਗੁਰੂ ਸਾਹਿਬ ਕਿੱਡੇ ਵੱਡੇ ਹੋਣਗੇ। ਹਾਂਜੀ ਚਤੁਰ ਘਟੀ ਜਬ ਜਾਮਣ ਗਈ। ਕਰ ਭੋਜਨ ਦ੍ਰਿਗ ਨਿੰਦਰਾ ਲਈ। ਤੇ ਗੁਰਮੁਖੋ ਇਧਰੋਂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਫਿਰ ਇਸ਼ਨਾਨ ਪਾਣੀ ਕੀਤਾ, ਪ੍ਰਸ਼ਾਦਾ ਪਾਣੀ ਛਕਿਆ। ਪ੍ਰਸ਼ਾਦ ਪਾਣੀ ਛਕਣ ਤੋਂ ਬਾਅਦ ਆਰਾਮ ਕੀਤਾ। ਫਿਰ ਅਗਲਾ ਅੰਮ੍ਰਿਤ ਵੇਲਾ ਚੜ੍ਹਨਾ ਸੀਗਾ ਜੀ। ਹਾਂਜੀ ਇੱਧਰ ਸੁਣੋ, ਬਾਬਾ ਗੁਰਦਿੱਤਾ ਜੀ ਸਾਈਂ ਬੁੱਢਣ ਸ਼ਾਹ ਜੀ ਦੇ ਕੋਲ ਬੈਠੇ ਜੀ। ਸਾਈਂ ਜੀ ਨੂੰ ਕਹਿੰਦੇ ਜ਼ਿੰਦਗੀ ਦਾ ਕੋਈ ਤਜਰਬਾ ਸੁਣਾਓ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਾਈਂ ਬੁੱਢਣ ਸ਼ਾਹ ਜੀ ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਤੁਸੀਂ ਗੁਰੂ ਕੇ ਸਾਹਿਬਜ਼ਾਦੇ ਹੋ। ਤੁਹਾਡਾ ਜਨਮ ਗੁਰੂ ਘਰ ਵਿੱਚ ਸਾਹਿਬਜ਼ਾਦੇ ਬਣ ਕੇ ਹੋਇਆ। ਤੇ ਇਹ ਵੀ ਬੇਨਤੀ, ਹਰ ਕੋਈ ਸਾਹਿਬਜ਼ਾਦਾ ਨਹੀਂ ਚਾਹੇਗਾ। ਆਪਾਂ ਆਪਣੇ ਬੱਚਿਆਂ ਨੂੰ ਕਿਤੇ ਸਾਹਿਬਜ਼ਾਦਾ ਨਾ ਕਹਿ ਦਈਏ ਵੀ ਇਹ ਮੇਰਾ ਸਾਹਿਬਜ਼ਾਦਾ ਜੀ। ਗੁਰੂਆਂ ਦੇ ਪੁੱਤਰ, ਸਾਹਿਬ ਦਾ ਪੁੱਤਰ ਸਾਹਿਬਜ਼ਾਦਾ ਹੁੰਦਾ ਜੀ।
ਹਾਂਜੀ, ਤੁਸੀਂ ਗੁਰੂ ਘਰ ਦੇ ਸਾਹਿਬਜ਼ਾਦੇ ਹੋ, ਤੁਸੀਂ ਗੁਰੂ ਜੀ ਦੀਆਂ ਬਖਸ਼ਿਸ਼ਾਂ ਲਈਆਂ ਨੇ। ਤੁਹਾਨੂੰ ਮੈਂ ਇੱਕ ਗੱਲ ਦੱਸ ਦੇਣਾ, ਗੁਰੂ ਘਰ ਵਿੱਚ ਸਭ ਕੁਝ ਹੀ ਹੈ ਕਹਿਣ ਲੱਗੇ। ਇਹ ਗੱਲ ਬਾਬਾ ਬੁੱਢਣ ਸ਼ਾਹ ਜੀ ਨੇ ਆਖੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਘਰ ਵਿੱਚ ਸਭ ਕੁਝ ਹੈ। ਇੱਥੇ ਉਹਨਾਂ ਨੂੰ ਪ੍ਰਾਪਤੀਆਂ ਹੁੰਦੀਆਂ ਨੇ ਜਿਨ੍ਹਾਂ ਉੱਤੇ ਗੁਰੂ ਆਪ ਕਿਰਪਾ ਕਰਦੇ ਕਹਿਣ ਲੱਗੇ। ਇਹ ਬਾਬਾ ਬੁੱਢਣ ਸ਼ਾਹ ਜੀ ਨੇ ਆਖਿਆ ਬਾਬਾ ਗੁਰਦਿੱਤਾ ਜੀ ਨੂੰ, ਗੁਰੂ ਘਰ ਵਿੱਚ ਸਭ ਕੁਝ ਹੈ, ਗੁਰੂ ਘਰ ਵਿੱਚ ਬੜੀਆਂ ਹੀ ਬਖਸ਼ਿਸ਼ਾਂ ਨੇ। ਤੇ ਅਖੀਰ ਤੇ ਬਾਬਾ ਬੁੱਢਣ ਸ਼ਾਹ ਜੀ ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗੇ, ਵੇਖੋ ਗੁਰਦਿੱਤਾ ਜੀ, ਬਾਬਾ ਜੀ, ਸਾਹਿਬਜ਼ਾਦਾ ਜੀ, ਮੈਂ ਸਰੀਰ ਤਿਆਗਣਾ, ਮੇਰੇ ਅੰਦਰ ਦੀ ਭਾਵਨਾ ਨੂੰ ਵੇਖ ਕੇ ਕਿਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਵੇਖੋ ਕਹਿਣ ਲੱਗੇ, ਇਹ ਥੋੜੀ ਗੱਲ ਹੈ, ਮੇਰੇ ਅੰਦਰ ਗੁਰੂ ਨਾਨਕ ਸਾਹਿਬ ਨੇ ਨਾਮ ਚਲਾਇਆ। ਅੱਜ ਤੁਹਾਡੇ ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਸੀਨੇ ਲਾ ਕੇ ਮੇਰੇ ਤੇ ਬੜੀ ਵੱਡੀ ਕਿਰਪਾ ਕੀਤੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਮ ਆਪਾਂ ਦੁਨੀਆ 'ਚ ਵੇਖਿਆ, ਵੱਡਾ ਬੰਦਾ ਕਿਸੇ ਨਾਲ ਹੱਥ ਹੀ ਮਿਲਾ ਲੇ ਤੇ ਬੰਦਾ ਬੜਾ ਖੁਸ਼ ਹੋ ਜਾਂਦਾ ਜੀ। ਹਾਂਜੀ, ਦੁਨੀਆ ਦਾ ਬੰਦਾ ਕਿਸੇ ਨਾਲ ਹੱਥ ਮਿਲਾ ਲੇ ਤੇ ਬੰਦਾ ਖੁਸ਼ ਹੋ ਜਾਂਦਾ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਵੱਡਾ ਕੌਣ ਹੋ ਸਕਦਾ ਜੀ? ਹਾਂਜੀ, ਕਿਹਨੂੰ ਇਹਨਾਂ ਤੋਂ ਵੱਡਾ ਆਖਾਂਗੇ? ਕਹਿ ਸਕਦੇ ਜੀ ਵੀ ਕੋਈ ਗੁਰੂ ਹਰਗੋਬਿੰਦ ਸਾਹਿਬ ਤੋਂ ਵੱਡਾ ਹੋਏਗਾ? ਤੇ ਗੁਰੂ ਹਰਗੋਬਿੰਦ ਸਾਹਿਬ ਜਿਹਨੂੰ ਆਪਣੇ ਹੱਥ ਨਹੀਂ, ਜਿਹਨੂੰ ਆਪਣੇ ਸੀਨੇ ਨਾਲ ਲਾਉਂਦੇ ਹੋਣ, ਕਿੱਡੀ ਵੱਡੀ ਖੁਸ਼ੀ ਹੋਏਗੀ ਜੀ ਉਹਨੂੰ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਦੀਆਂ ਸਿਫਤਾਂ ਸਾਰੀ ਰਾਤ ਹੀ ਸਾਈਂ ਜੀ ਨੇ ਕੀਤੀਆਂ, ਸਾਰੀ ਰਾਤ ਹੀ ਜੀ। ਹਾਂਜੀ, ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਕੀਨੋ ਸੋਚ ਸਨਾਨ। ਅਗਲਾ ਦਿਨ ਚੜ ਗਿਆ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਅਗਲਾ ਦਿਨ ਜਾਣ ਕੇ ਸੋਚ ਪਾਣ ਕੀਤਾ, ਇਸ਼ਨਾਨ ਕੀਤਾ ਜੀ। ਹਾਂਜੀ, ਪਹੁੰਚੇ ਬੁੱਢਣ ਸ਼ਾਹ ਢਿਗ ਭਗਤ ਆਪਣੋ ਜਾਣ। ਤੇ ਅਗਲੇ ਦਿਨ ਬੁੱਢਣ ਸ਼ਾਹ ਜੀ ਨੇ ਸਰੀਰ ਤਿਆਗਣਾ ਹੀ। ਆਪਣਾ ਸਿੱਖ ਜਾਣ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸਾਈਂ ਬੁੱਢਣ ਸ਼ਾਹ ਜੀ ਦੇ ਕੋਲ ਆਏ ਜੀ, ਜਿੱਥੇ ਸਾਈਂ ਬੁੱਢਣ ਸ਼ਾਹ ਜੀ ਸਨ। ਵੇਖ ਲਓ, ਅੰਮ੍ਰਿਤ ਵੇਲੇ ਹੀ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ ਪਹੁੰਚ ਗਏ। ਹਾਂਜੀ, ਚੌਪਈ ਦੇਖਤ ਬੰਦੇ ਪਦ ਅਰਬਿੰਦਾ। ਤੇ ਬਾਬਾ ਬੁੱਢਣ ਸ਼ਾਹ ਜੀ ਨੇ ਵੇਖਿਆ ਬਜ਼ੁਰਗੀ ਦਾ ਸਰੀਰ, ਪਤਾ ਲੱਗਾ ਗੁਰੂ ਜੀ ਆ ਗਏ ਨੇ। ਫਿਰ ਪਲਕਾਂ ਤਾਂ ਚੁੱਕੀਆਂ। ਇਸ ਤਰ੍ਹਾਂ ਅੱਖਾਂ ਖੋਲ ਖੋਲ ਕੇ ਨਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਤੇ ਬਜ਼ੁਰਗੀ ਦੀ ਉਮਰ ਵਿੱਚ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਇਆ ਜੀ। ਗੱਜ ਕੇ ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੁਰਮੁਖੋ, ਜਿਨ੍ਹਾਂ ਨੂੰ ਪਤਾ ਉਹ ਇਹ ਸਾਰਾ ਕੁਝ ਕਰਨਗੇ। ਜਿਨ੍ਹਾਂ ਦੇ ਦਿਮਾਗ 'ਚ ਤਰਕ ਵੜੀ ਹੈ, ਗੁਰੂਆਂ ਪ੍ਰਤੀ ਵੜ ਗਈ, ਉਹਨਾਂ ਦਾ ਬਾਰੇ ਅਸੀਂ ਕੱਖ ਨਹੀਂ ਕਹਿ ਸਕਦੇ ਜੀ। ਮਹਾਰਾਜ ਦੇ ਚਰਨਾਂ ਨੂੰ ਹੱਥ ਲਾਇਆ। ਹਾਂਜੀ, ਧੰਨ ਧੰਨ ਤੁਮਕੋ ਸੁਖ ਕੰਦਾ। ਇਹ ਸੁੱਖਾਂ ਦੇ ਮੂਲ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਉੱਤੇ ਤੁਹਾਡੀ ਦ੍ਰਿਸ਼ਟੀ ਹੋ ਜੇ, ਉਹਨਾਂ ਦੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਂਦੀ ਹੈ। ਮਹਾਰਾਜ ਤੁਸੀਂ ਧੰਨ ਹੋ ਸੱਚੇ ਪਾਤਸ਼ਾਹ। ਹਾਂਜੀ, ਅੰਤ ਸਮੇਂ ਮੁਝ ਦਰਸ਼ਨ ਦੀਨ। ਮਹਾਰਾਜ ਮੇਰਾ ਅੰਤ ਸਮਾਂ ਜਾਣ ਕੇ ਇੰਨਾ ਵੱਡਾ ਜੰਗ ਛੇਤੀ ਛੇਤੀ ਮੁਕਾ ਕੇ ਤੁਸੀਂ ਸਾਡੇ ਕੋਲ ਆ ਗਏ ਹੋ। ਗੱਜ ਕੇ ਆਖੋ ਵਾਹਿਗੁਰੂ। ਹੁਣ ਤੁਸੀਂ ਸੁਣਿਆ, ਮਹਾਰਾਜ ਨੇ ਬਾਬਾ ਬਿਧੀ ਚੰਦ ਜੀ ਨੂੰ ਆਖਿਆ ਨਾ, ਬਿਧੀ ਚੰਦ ਜੀ ਆਪਾਂ ਜੰਗ ਨਹੀਂ ਲਮਕਾਉਣਾ ਜੀ। ਕਿਉਂ? ਗੁਰੂ ਜੀ ਨੂੰ ਪਤਾ ਹੈ ਵੀ ਉਧਰ ਗਾਂ ਜਾ ਕੇ ਉਹਨਾਂ ਦਾ ਵੀ ਕਾਰਜ ਰਾਸ ਕਰਨੇ ਨੇ। ਹਾਂਜੀ, ਬਾਈ ਬਾਬਾ ਬੁੱਢਣ ਸ਼ਾਹ ਜੀ, ਸਾਈਂ ਜੀ, ਪੀਰ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਰਹੇ, ਮਹਾਰਾਜ ਤੁਹਾਡੇ ਕਿਹੜੇ ਕਿਹੜੇ ਗੁਣ ਗਾਵਾਂ, ਤੁਸੀਂ ਮੈਨੂੰ ਬਖਸ਼ਣ ਵਾਸਤੇ ਇੱਥੇ ਆਏ ਹੋ। ਹਾਂਜੀ, ਕਰਿਓ ਕਿਰਤਾਰਥ ਸੰਕਟਹੀਨ। ਮੇਰੇ ਸਾਰੇ ਸੰਕਟ ਤੁਸਾਂ ਦੂਰ ਕੀਤੇ, ਮੇਰੇ ਸਾਰੇ ਸੰਕਟ ਗੁਰੂ ਘਰੋਂ ਦੂਰ ਹੋਏ ਨੇ। ਹਾਂਜੀ, ਸੁਣ ਕਰ ਸਤਿਗੁਰ ਬਾਕਿਓ ਚਾਰਾ। ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਬੋਲਣ ਲੱਗੇ ਜੀ। ਬੜੇ ਪ੍ਰੇਮ ਨਾਲ ਸੁਣੋ ਤੇ ਹੱਥ ਜੋੜੋ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫੇਰ ਆਖੋ ਸਾਰੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਈਂ ਜੀ ਨੂੰ, ਪੀਰ ਜੀ ਨੂੰ ਇਹ ਗੱਲ ਕਹਿਣ ਲੱਗੇ। ਹਾਂਜੀ, ਜੀਵਨ ਕੋ ਚਿਤ ਚਾਹਜੇ ਤੁਮਾਰਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਪੀਰ ਜੀ, ਮਹਾਰਾਜ ਕਹਿਣ ਲੱਗੇ ਜੇ ਤੁਸੀਂ ਹੋਰ ਜਿਉਣਾ ਚਾਹੋ ਤੇ ਜੀ ਸਕਦੇ ਹੋ। ਕਹਿਣ ਲੱਗੇ ਹਾਂਜੀ, ਦੇਖੋ ਆਪਰ ਕੁਛ ਜਗਤ ਤਮਾਸ਼ਾ। ਜੇ ਤੁਸੀਂ ਇਸ ਜਗਤ ਦਾ ਤਮਾਸ਼ਾ ਹੋਰ ਸਮਾਂ, ਕੁਝ ਸਮਾਂ ਵੇਖਣਾ ਚਾਹੋ, ਕੁਝ ਸਮਾਂ ਜੇ ਆਖੋ ਤੇ ਤੁਹਾਡੀ ਹੋਰ ਉਮਰ ਲੰਮੀ ਕਰ ਦਈਏ,
ਕਹਿਣ ਦਾ ਭਾਵ ਹੋਰ ਇਹ ਹੈ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਪੁੱਛ ਰਹੇ ਸਾਈਂ ਜੀ ਨੂੰ, ਕਹਿਣ ਲੱਗੇ ਸਾਈਂ ਜੀ ਜੇ ਤੁਸੀਂ ਆਖੋ ਤਾਂ ਤੁਹਾਡੀ ਹੋਰ ਲੰਮੀ ਉਮਰ ਕਰ ਦਈਏ। ਇਹ ਗੱਲਾਂ ਗੁਰੂ ਜੀ ਦੇ ਹੱਥ ਵਿੱਚ ਹੈਗੀਆਂ ਜੀ, ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦੇਣ ਜੀ। ਮਹਾਰਾਜ ਕਹਿੰਦੇ ਹੋਰ ਉਮਰ ਲੰਮੀ ਕਰ ਦਈਏ ਤੁਹਾਡੀ। ਹਾਂਜੀ, ਕਰਹੁ ਆਪਣੀ ਪੂਰਨ ਆਸਾ। ਜੇ ਕੋਈ ਆਸ ਹੈ ਤੇ ਦੱਸ ਦਿਓ, ਜੇ ਕੁਝ ਹੋਰ ਸਮਾਂ ਧਰਤੀ ਤੇ ਰਹਿਣਾ ਤੇ ਦੱਸ ਦਿਓ। ਹਾਂਜੀ, ਹਾਥ ਜੋਰ ਤਬ ਸਕਲ ਸੁਨਾਈ। ਤੇ ਸਾਈਂ ਬੁੱਢਣ ਸ਼ਾਹ ਜੀ ਨੇ ਹੱਥ ਜੋੜ ਲਏ ਤੇ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ। ਹਾਂਜੀ, ਬਰਖ ਪੰਚ ਸੈ ਬੈਸ ਬਤਾਈ। ਸੱਚੇ ਪਾਤਸ਼ਾਹ ਅੱਗੇ 500 ਸਾਲ ਮੇਰੀ ਉਮਰ ਹੋ ਗਈ ਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ 500 ਸਾਲ ਤੇ ਮੇਰੀ ਅੱਗੇ ਹੀ ਉਮਰ ਹੋ ਚੁੱਕੀ ਹੈ। ਹਾਂਜੀ, ਐਸੋ ਸਮਾ ਨਾ ਪ੍ਰਾਪਤ ਫੇਰੀ। ਤੇ ਹੋਰ ਕਿੰਨੀ ਕੁ ਉਮਰ ਰਹਿ ਲਾਂਗਾ ਮਹਾਰਾਜ। ਸਰੀਰ ਤੇ ਨਾਸਵਾਨ ਹੈ, ਇੱਕ ਦਿਨ ਤੇ ਨਾਸ ਕਰਨਾ ਹੀ ਹੈ। ਤੁਸੀਂ ਉਮਰ ਦੇ ਵੀ ਦਓਗੇ ਪਰ ਸੱਚੇ ਪਾਤਸ਼ਾਹ 500 ਸਾਲ ਤੱਕ ਅੱਗੇ ਹੀ ਹੋ ਗਈ ਹੈ। ਹਾਂਜੀ, ਜਿੰਨੇ ਸੁਣਨਾ ਉਹਨੇ ਬੜਾ ਹੈਰਾਨ ਹੋਣਾ ਵੀ ਕਿੰਨੀਆਂ ਗੱਪਾਂ ਮਾਰਨ ਦੇ ਬਾਬੇ ਵੀ 500 ਸਾਲ ਉਮਰ। ਤੇ ਗੁਰਮੁਖੋ ਪੀਰ ਜੀ ਦੀ ਵਾਕਈ ਇੰਨੀ ਉਮਰ ਸੀਗੀ ਜੀ। ਹਾਂਜੀ, ਗੁਰੂ ਨਾਨਕ ਸਾਹਿਬ ਨੇ ਦਿੱਤੀ ਸੀ ਉਦੋਂ ਵੀ ਜੀ। ਪਤਾ ਗੁਰੂ ਹਰਗੋਬਿੰਦ ਸਾਹਿਬ ਕਿਉਂ ਇਹ ਬਚਨ ਕਰਨ ਦੇ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਇੰਨੀ ਲੰਮੀ ਉਮਰ ਦਿੱਤੀ ਸੀ। ਹਾਂਜੀ, ਉਹ ਕਹਿਣ ਮਹਾਰਾਜ ਮੈਨੂੰ ਦਰਸ਼ਨ ਦਿਓ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਕਹਿਣ ਦੁੱਧ ਪੀਓ। ਮਹਾਰਾਜ ਕਹਿੰਦੇ ਹੁਣ ਤਾਂ ਆਪਣੇ ਕੋਈ ਇੰਨਾ ਸਮਾਂ ਨਹੀਂ ਹੈਗਾ। ਮਹਾਰਾਜ ਦੁੱਧ ਪਿਆਉਣਾ। ਮਹਾਰਾਜ ਕਹਿੰਦੇ ਕੋਈ ਨਹੀਂ, ਜਦੋਂ ਸਾਡਾ 6ਵਾਂ ਜੰਮ ਆਏਗਾ ਉਦੋਂ ਤੁਹਾਡੇ ਕੋਲ ਆਵਾਂਗੇ। ਕਹਿਣ ਲੱਗੇ। ਹਾਂਜੀ, ਤੇ ਸਾਈਂ ਜੀ ਕਹਿਣ ਲੱਗੇ ਮਹਾਰਾਜ ਉਹਨਾਂ ਚਿਰ ਤੱਕ ਪਤਾ ਨਹੀਂ ਮੈਂ ਜਿਉਂਦੇ ਰਹਿਣਾ ਕਿ ਨਹੀਂ ਰਹਿਣਾ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਾਈਂ ਜੀ ਕੋਈ ਗੱਲ ਨਹੀਂ, ਜਿੰਨਾ ਚਿਰ ਤੱਕ ਸਾਡਾ 6ਵਾਂ ਰੂਪ ਨਹੀਂ ਆਉਂਦਾ ਤੁਸੀਂ ਜਿਉਂਦੇ ਹੀ ਰਹੋਗੇ। ਕਹਿਣ ਲੱਗੇ ਤੁਹਾਡੀ ਉਮਰ ਲੰਮੀ ਕਰਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਇਹ ਇੱਕ ਨਾ ਜੀ ਸ਼ਰਧਾ ਵਾਲੀਆਂ ਗੱਲਾਂ ਤੇ ਗੁਰੂ ਪ੍ਰਤੀ ਭਾਵਨਾ ਪੈਦਾ ਕਰਦੀਆਂ ਵੀ ਸਾਡੇ ਸੱਚੇ ਪਾਤਸ਼ਾਹ ਕੁਝ ਵੀ ਕਰ ਸਕਦੇ ਜੀ। ਉਹ ਹੁਣ ਵੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਸਾਈਂ ਜੀ ਉਮਰ ਹੋਰ ਲੰਮੀ ਕਰ ਦਈਏ। ਜੇ ਉਮਰ ਹੋਰ ਲੈਣੀ, ਸਾਈਂ ਜੀ ਕਹਿੰਦੇ ਮਹਾਰਾਜ ਅੱਗੇ ਹੀ ਬੜੀ ਲੰਮੀ ਉਮਰ ਹੋ ਗਈ ਹੈ, 500 ਸਾਲ ਉਮਰ ਹੋ ਗਈ। ਹਾਂਜੀ, ਗੁਰਮੁਖੋ ਆਪਾਂ ਤਾਂ ਆਸ਼ੀਰਵਾਦ ਦੇਣ ਵਾਲੇ ਵੀ ਰੱਬ ਤੇਰੀ ਉਮਰ ਲੰਮੀ ਕਰੇ ਜੀ। ਹਾਂਜੀ, ਆਮ ਤੌਰ ਤੇ ਬਜ਼ੁਰਗ ਦਿੰਦੇ, ਚਲੋ ਬਜ਼ੁਰਗਾਂ ਦਾ ਆਸ਼ੀਰਵਾਦ ਵੀ ਚਾਹੀਦਾ ਜੀ, ਪਰ ਉਹ ਆਸ਼ੀਰਵਾਦ ਦੇ ਸਕਦੇ ਜੀ, ਸਤਿਗੁਰੂ ਲੰਮੀ ਵੀ ਕਰ ਸਕਦੇ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਨੂੰ ਸਾਈਂ ਜੀ ਕਹਿਣ ਲੱਗੇ ਨਹੀਂ ਮਹਾਰਾਜ ਜ਼ਿੰਦਗੀ ਦੇ ਸਾਰੇ ਸੁੱਖ ਆਨੰਦ ਵੇਖੇ ਆਪਣੀ ਜ਼ਿੰਦਗੀ ਵਿੱਚ। ਹਾਂਜੀ, ਭਏ ਦ੍ਰਿਸ਼ਟ ਗੋਚਰ ਤੁਮ ਮੇਰੀ। ਹਾਂਜੀ, ਮਹਾ ਤਾਪਸੀ ਜੋਗੀ ਕਣੈ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਇਹੋ ਜਿਹਾ ਸਮਾਂ ਬਾਰ-ਬਾਰ ਲੱਭਣਾ ਮਹਾਰਾਜ। ਹੁਣ ਅੱਗੇ ਮਹਾਰਾਜ ਮੈਂ ਬਹੁਤ ਲੰਮਾ ਸਮਾਂ ਤੁਹਾਡਾ ਇੰਤਜ਼ਾਰ ਕੀਤਾ, ਹੁਣ ਤੁਸੀਂ ਮੇਰੇ ਸਾਹਮਣੇ ਆਏ ਹੋ ਸੱਚੇ ਪਾਤਸ਼ਾਹ, ਮੇਰੇ ਸਾਹਮਣੇ ਆਏ ਹੋ। ਜ਼ਿੰਦਗੀ ਵਿੱਚ ਬਾਰ-ਬਾਰ ਐਸਾ ਸਮਾਂ ਨਹੀਂ ਆਉਣਾ ਮਹਾਰਾਜ। ਹਾਂਜੀ, ਤਜ ਸੁਖ ਜਗ ਬੈਰਾਗੀ ਬਣੇ। ਇਹ ਮੈਂ ਚਾਹੁੰਦਾ ਜ਼ਿੰਦਗੀ ਵਿੱਚ ਐਸਾ ਸਮਾਂ ਬਾਰ-ਬਾਰ ਨਹੀਂ ਆਉਣਾ। ਤੁਹਾਡੇ ਸਾਹਮਣੇ ਸਰੀਰ ਛੱਡਣਾ ਚਾਹੁੰਦਾ ਮਹਾਰਾਜ, ਤੁਹਾਡੇ ਸਾਹਮਣੇ। ਕੱਲ ਤੁਸੀਂ ਜਿਸ ਸਥਾਨ ਤੇ ਗਏ ਉੱਥੋਂ ਦਾ ਇਹੋ ਹੀ ਇਤਿਹਾਸ ਹੈਗਾ ਜੀ। ਹਾਂਜੀ, ਸਾਈਂ ਦਾਸ ਜੀ ਨੇ ਮਹਾਰਾਜ ਦੇ ਸਾਹਮਣੇ ਸਰੀਰ ਤਿਆਗਿਆ, ਬੀਬੀ ਰਾਮੋ ਜੀ ਨੇ ਸਾਹਮਣੇ ਸਰੀਰ ਤਿਆਗਿਆ, ਨਰਾਇਣ ਦਾਸ ਬਾਬਾ ਜੀ ਨੇ ਸਾਹਮਣੇ ਸਰੀਰ ਤਿਆਗਿਆ, ਮਹਾਰਾਜ ਜੀ ਦੇ ਸੱਸ ਮਾਂ ਮਾਤਾ ਦਇਆ ਕੌਰ ਜੀ ਸਾਹਮਣੇ ਸਰੀਰ ਤਿਆਗਦੇ ਜੀ। ਜਿਨ੍ਹਾਂ ਉੱਤੇ ਵੱਡੀ ਕਿਰਪਾ ਹੁੰਦੀ ਨਾ ਜੀ, ਉਹਨਾਂ ਨੂੰ ਇਹ ਦਾਤਾਂ ਮਿਲਦੀਆਂ ਜੀ। ਕਿਉਂ? ਹੁਣ ਸਾਈਂ ਜੀ ਆਪ ਦੱਸਣਗੇ। ਸਾਈਂ ਜੀ ਕਹਿੰਦੇ ਮਹਾਰਾਜ ਮੇਰੀ ਬੜੀ ਇੱਛਾ, ਮੈਂ ਤੁਹਾਡੇ ਸਾਹਮਣੇ ਸਰੀਰ ਤਿਆਗਿਆ। ਮਹਾਰਾਜ ਇਸ ਜਗਤ ਵਿੱਚ ਜਿਹੜੇ ਲੋਕ ਬਹੁਤ ਵੱਡਾ ਵੱਡਾ ਲੰਮਾ ਲੰਮਾ ਸਮਾਂ ਤਪ ਕਰਦੇ ਨੇ, ਹਾਂਜੀ, ਅੰਤ ਸਮੇਂ ਮਹਿ ਦਰਸ ਤੁਮਾਰਾ। ਤਜ ਸੁਖ ਜਗ ਬੈਰਾਗੀ ਬਣੇ। ਮਹਾਰਾਜ ਜਿਹੜੇ ਘਰਾਂ ਦੇ ਸੁੱਖ ਤਿਆਗ ਕੇ ਤੇ ਬੈਰਾਗੀ ਬਣ ਜਾਂਦੇ ਨੇ, ਤੇ ਉਹ ਇੱਕ ਇੱਛਾ ਰੱਖਦੇ ਨੇ ਵੀ ਅੰਤਲੇ ਸਮੇਂ ਤੁਹਾਡੇ ਦਰਸ਼ਨ ਹੋ ਜਾਣ। ਹਾਂਜੀ, ਮਹਾਰਾਜ ਵੱਡੇ ਵੱਡੇ ਤਪਸਵੀ ਅਰਦਾਸਾਂ ਕਰਦੇ ਫਿਰਦੇ, ਉਹ ਘਰ ਛੱਡ ਕੇ ਇੱਧਰ ਉੱਧਰ ਤੁਰੇ ਫਿਰਦੇ, ਆਮ ਤੌਰ ਤੇ ਬੈਰਾਗੀ ਬਣੀ ਫਿਰਦੇ ਨੇ ਵੀ ਸਾਨੂੰ ਅੰਤਲੇ ਸਮੇਂ ਗੁਰ ਪਰਮੇਸ਼ਰ ਦੇ ਦਰਸ਼ਨ ਹੋ ਜਾਣ। ਹਾਂਜੀ, ਚਾਹਤ ਨਹਿ ਪ੍ਰਾਪਤ ਤਿਸ ਬਾਰਾ। ਸੱਚੇ ਪਾਤਸ਼ਾਹ ਕਈ ਚਾਹੁੰਦੇ ਨੇ, ਉਹਨਾਂ ਨੂੰ ਇਹ ਗੱਲਾਂ ਪ੍ਰਾਪਤ ਨਹੀਂ ਹੁੰਦੀਆਂ ਜੀ।
ਵੱਡੇ ਵੱਡੇ ਤਪਸਵੀਆਂ ਨੂੰ ਇਹ ਗੱਲਾਂ ਪ੍ਰਾਪਤ ਨਹੀਂ ਹੁੰਦੀਆਂ ਸੱਚੇ ਪਾਤਸ਼ਾਹ। ਹਾਂਜੀ, ਸੋ ਤਮ ਨਿਕਟ ਭਾਗ ਵੱਡ ਮੇਰੇ। ਤੇ ਮਹਾਰਾਜ ਮੇਰੇ ਤੇ ਵੱਡੇ ਭਾਗ, ਮੇਰੇ ਤੇ ਤੁਹਾਡਾ ਕੋਈ ਤਰਸ ਹੈ ਸੱਚੇ ਪਾਤਸ਼ਾਹ। ਵੱਡੇ ਵੱਡੇ ਤਪੀ ਜਿਸ ਕੰਮਾਂ ਵਾਸਤੇ ਅਰਦਾਸਾਂ ਕਰਦੇ ਨੇ ਉਹ ਕਾਰਜ ਮੇਰੇ ਨਾਲ ਬਣਿਆ ਹੋਇਆ ਮਹਾਰਾਜ। ਸੱਚੇ ਪਾਤਸ਼ਾਹ ਮੇਰੇ ਸਾਹਮਣੇ ਤੁਸੀਂ ਹੋ, ਹੁਣ ਉਮਰ ਲੰਮੀ ਨਹੀਂ ਚਾਹੀਦੀ ਮਹਾਰਾਜ, ਹੁਣ ਤੁਹਾਡੇ ਸਾਹਮਣੇ ਸਰੀਰ ਤਿਆਗਣਾ। ਗੱਜ ਕੇ ਆਖੋ ਵਾਹਿਗੁਰੂ, ਫੇਰ ਆਖੋ ਗੱਜ ਕੇ। ਤੇ ਸੰਗਤ ਜੀ ਮੈਂ ਆਮ ਤੌਰ ਤੇ ਬੇਨਤੀ ਕਰਦਾ, ਆਮ ਬੰਦੇ ਨੂੰ ਜਿਵੇਂ ਵਿਆਹ ਦਾ ਚਾਅ ਹੁੰਦਾ ਨਾ ਜੀ, ਵਿਆਹ ਦਾ ਚਾਅ ਜਾਂ ਆਪਣੇ ਦਾ ਜਾਂ ਕਿਸੇ ਹੋਰ ਵਿਆਹ ਤੇ ਜਾਣ ਦਾ, ਗੁਰਮੁਖੋ ਉਵੇਂ ਇੱਕ ਗੁਰਮੁਖ ਮਹਾਂਪੁਰਸ਼ ਨੂੰ ਸਰੀਰ ਤਿਆਗਣ ਦਾ ਚਾਅ ਹੁੰਦਾ ਜੀ। ਉਹ ਤਿਆਰੀ ਕਰਕੇ ਬੈਠੇ ਹੁੰਦੇ ਜੀ ਆਪਣੀ। ਹਾਂਜੀ, ਉਹਨਾਂ ਨੂੰ ਕੋਈ ਦੁਨੀਆ ਦਾ ਮੋਹ ਨਹੀਂ ਹੁੰਦਾ ਜੀ, ਅਜੇ ਸਾਡਾ ਇਹ ਹੋਣਾ ਇਹ ਹੋਣਾ। ਤੇ ਮੈਂ ਆਮ ਬੰਦੇ ਦੀ ਗੱਲ ਦੱਸ ਦਿਆਂ, ਉਹਨੂੰ ਕਿਤੇ ਗੁਰ ਪਰਮੇਸ਼ਰ ਖੁਸ਼ ਹੋ ਕੇ ਕਹਿ ਦੇਣਾ ਵੀ ਉਮਰ ਹੋਰ ਲੈ ਲਾ। ਅੱਜ ਕੇ ਆਖੋ ਵਾਹਿਗੁਰੂ। ਉਹ ਆਖੇ ਜੀ ਪੱਕੀ ਗੱਲ ਕਰੋ ਵੀ ਜਿੰਨਾ ਚਿਰ ਤੱਕ ਮੈਂ ਨਾ ਕਵਾਂ ਉਹਨਾਂ ਚਿਰ ਤੱਕ ਮੈਨੂੰ ਨਾ ਮਾਰਿਓ। ਹਾਂਜੀ, ਬੰਦਾ ਜ਼ਿੰਦਗੀ ਦੇ ਸਾਰੇ ਸੁੱਖ ਲੈਣਾ ਚਾਹੁੰਦਾ। ਉਹ ਆਮ ਤੌਰ ਤੇ ਵਿਦਵਾਨ ਇਹ ਗੱਲ ਦੱਸਦੇ ਵੀ ਰੱਬ ਨੇ ਮਨੁੱਖ ਨੂੰ ਵੀ 20 ਸਾਲ ਦੀ ਉਮਰ, ਹਾਂਜੀ ਵਾਹਿਗੁਰੂ 40 ਸਾਲ ਦੀ ਉਮਰ ਦਿੱਤੀ ਸੀਗੀ। ਹਾਂਜੀ, ਤੇ ਘੋੜੇ ਨੂੰ ਵੀ 40 ਸਾਲ ਦੀ ਉਮਰ ਦਿੱਤੀ। ਆਮ ਵਿਦਵਾਨ ਇਹ ਗੱਲਾਂ ਸੁਣਾਉਂਦੇ ਜੀ। ਹਾਂਜੀ, ਤੇ ਕਈ ਤੇ ਦੱਸਦੇ ਵੀ ਕੁੱਤਿਆਂ ਨੂੰ ਵੀ 40 ਸਾਲ ਦੀ ਉਮਰ ਦੇ ਦਿੱਤੀ ਸੀ। ਬੰਦਾ ਨਾ ਉਮਰ ਲੈ ਕੇ ਰਚਿਆ ਜੀ। ਹਾਂਜੀ, ਬੰਦਾ ਇਹ ਗੱਲ ਕਹਿਣ ਲੱਗਾ ਪਰਮੇਸ਼ਰ ਨੂੰ ਵੀ ਉਮਰ ਬੜੀ ਥੋੜੀ ਹੈ। ਰੱਬ ਜੀ ਕਹਿਣ ਲੱਗੇ ਕੋਈ ਨਹੀਂ, ਹੋਰ ਵੀ ਬੈਠੇ ਪੁੱਛ ਲੈਨੇ ਕਿਸੇ ਨਾ ਕਿਸੇ ਨੂੰ। ਹਾਂਜੀ, ਘੋੜਾ ਕਹਿਣ ਲੱਗਾ ਜੀ ਮੈਂ ਇੰਨੀ ਆਪਣੀ ਉਮਰ ਕੀ ਕਰਨੀ ਹੈ, ਮੇਰੀ ਘਟਾ ਦਿਓ ਤੇ ਬੰਦੇ ਨੂੰ ਦੇ ਦਿਓ ਜੀ। ਹਾਂਜੀ, ਤੇ ਉਹ ਫਿਰ ਮੈਂ ਆਮ ਮਨਮੁਖ ਬੰਦਿਆਂ ਦੀ ਗੱਲ ਕਰਦਾ, ਗੁਰਮੁਖ ਤੇ ਬਹੁਤ ਵੱਡੇ ਹੁੰਦੇ ਜੀ। ਹਾਂਜੀ, ਉਹ ਧੁਰੋਂ ਸਾਜੇ ਆਏ ਹੁੰਦੇ ਜੀ। ਤੇ ਅੱਗੋਂ ਫਿਰ ਕੁੱਤੇ ਨੂੰ ਪੁੱਛਿਆ ਜੀ, ਕੂਕਰ ਨੂੰ, ਉਹ ਕਹਿੰਦਾ ਜੀ ਮੈਂ ਵੀ ਇੰਨੀ ਲੰਮੀ ਉਮਰ ਕੀ ਕਰਨੀ ਹੈ, ਇੱਕੋ ਹੀ ਕੰਮ ਹੈ ਵੀ ਬਸ ਖਾਣਾ ਤੇ ਭੌਂਕਣਾ, ਬਸ ਬੋਲਦੇ ਰਹਿਣਾ ਲਗਾਤਾਰ। ਤੇ ਕਹਿਣ ਲੱਗਾ ਵੀ ਮੈਨੂੰ ਵੀ ਇੰਨੀ ਲੰਮੀ ਉਮਰ ਨਹੀਂ ਚਾਹੀਦੀ। ਕਹਿੰਦੇ ਵੀ ਪਰਮੇਸ਼ਰ ਨੇ ਪੁੱਛਿਆ ਇਹ ਕਹਾਣੀ ਹੈ, ਇਹਨੂੰ ਪ੍ਰੇਮ ਨਾਲ ਸੁਣ ਦਿਓ। ਪਰਮੇਸ਼ਰ ਜੀ ਨੇ ਬੰਦੇ ਨੂੰ ਪੁੱਛਿਆ ਤੈਨੂੰ ਘੋੜੇ ਦੀ ਉਮਰ ਦੇ ਦਈਏ? ਬੰਦਾ ਕਹਿੰਦਾ ਉਮਰ ਚਾਹੀਦੀ ਜਿੰਨੀ ਮਰਜ਼ੀ ਦੇ ਦਿਓ ਮੈਨੂੰ। 20 ਸਾਲ ਉਹਦੇ ਦੇਤੇ ਜੀ। ਹਾਂਜੀ, ਕੂਕਰ ਦੀ ਵਾਰੀ ਆਈ, ਤੈਨੂੰ ਇਹਦੀ ਉਮਰ ਦੇ ਦਈਏ? ਤੇ ਬੰਦਾ ਕਹਿੰਦਾ ਜੀ ਜਿੰਨੀ ਮਰਜ਼ੀ ਦੇ ਦਿਓ, ਉਮਰ ਹੀ ਚਾਹੀਦੀ ਆਪਾਂ ਨੂੰ ਤੇ ਵੱਧ ਚ ਉਮਰ ਚਾਹੀਦੀ ਜੀ। ਹਾਂਜੀ, ਤੇ ਹੋਇਆ ਕੀ ਜੀ, 40 ਸਾਲ ਤੱਕ ਤੇ ਬੰਦੇ ਨੇ ਆਪਣੀ ਉਮਰ ਹੰਢਾਈ ਪੂਰੀ ਜੀ। ਤੇ ਅੱਗੋਂ ਇਹ ਵਿਦਵਾਨਾਂ ਮਨ ਨਾ ਬਣਾਈਆਂ ਆਪਣੇ ਗੱਲਾਂ। ਅੱਗੋਂ ਫਿਰ ਜਿਹੜੀ 40 ਤੋਂ 60 ਸਾਲ ਦੀ ਉਮਰ ਹੈ ਨਾ ਜੀ, ਬੰਦਾ ਸਾਰੀ ਦਿਹਾੜੀ ਗੇੜੇ ਹੀ ਲਾਉਂਦਾ ਰਹਿੰਦਾ ਜੀ। ਕਿਵੇਂ ਜੀ, ਘਰੋਂ ਗਿਆ ਸ਼ਾਮੀ ਭਰਿਆ ਹੋਇਆ ਘਰ ਆਉਂਦਾ ਜੀ, ਲੱਦਿਆ ਹੋਇਆ ਘਰ ਆਉਂਦਾ ਜੀ। ਕੋਈ ਨਾ ਕੋਈ ਮਾਇਆ ਕਮਾ ਕੇ ਲਿਆਉਣੀ ਪੈਣੀ ਹੈ। ਹਾਂਜੀ, 60 ਸਾਲ ਤੱਕ ਫਿਰ ਬੰਦਾ ਨੌਕਰੀ ਕਰਦਾ ਜੀ। ਹੁਣ ਉਹ ਪੈਸੇ ਜੋੜ ਲਏ ਜੀ, ਪੈਸੇ ਕਮਾ ਲਏ ਜੀ, ਤੇ ਧੀਆਂ ਪੁੱਤ ਪੈਸੇ ਵਿਅਰਥ ਕਰਨ ਦੇ ਜੀ ਲਗਾਤਾਰ ਦੂਓ ਦੂਬ। ਤੇ ਅਗਲੇ 80 ਸਾਲਾਂ ਤੱਕ ਬੰਦਾ ਮਿੰਨਤਾਂ ਕਰਦਾ ਰਹਿੰਦਾ, ਬੋਲਦਾ ਰਹਿੰਦਾ ਵੀ ਤੁਸੀਂ ਹੁਣ ਪੈਸੇ ਖਰਾਬ ਨਾ ਕਰੋ, ਬੜੀ ਮਿਹਨਤ ਨਾ ਕਮਾਏ। ਤੇ ਕਾਕੇ ਪੁੱਤਰ ਧੀਆਂ ਕਹਿੰਦੀਆਂ ਬਾਪੂ ਦਾ ਕੰਮ ਹੀ ਹੈ ਬੋਲਣਾ, ਬੋਲਣ ਦਿਓ ਇਹਨੂੰ ਜੀ। ਹਾਂਜੀ, ਉਹ ਕਹਿੰਦੇ ਕੰਮ ਇਸੇ ਤਰ੍ਹਾਂ ਬਣਿਆ। ਬੰਦੇ ਨੂੰ ਉਮਰ ਚਾਹੀਦੀ ਹੈ ਭਾਵੇਂ ਜਿੱਦੀ ਮਰਜ਼ੀ ਮਿਲਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਪਰ ਜਿਨ੍ਹਾਂ ਦੇ ਅੰਦਰ ਸਬਰ ਸੰਤੋਖ ਹੈ, ਗੁਰਮੁਖਾਂ ਦੀ ਗੱਲ ਹੋਰ ਹੈ ਜੀ। ਬਾਬਾ ਜੀ ਬਾਬਾ ਸਾਈਂ ਦਾਸ ਜੀ ਕਹਿਣ ਲੱਗੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜ਼ਿੰਦਗੀ 'ਚ ਸਾਰੇ ਸੁੱਖ ਹੀ ਮਿਲੇ ਨੇ, ਸਭ ਤੋਂ ਵੱਡਾ ਸੁੱਖ ਤੁਹਾਡੇ ਦਰਸ਼ਨ ਨੇ ਸੱਚੇ ਪਾਤਸ਼ਾਹ। ਹਾਂਜੀ, ਸੋ ਤਮ ਨਿਕਟ ਭਾਗ ਵੱਡ ਮੇਰੇ ਮੇਰੇ ਵੱਡੇ ਭਾਗ ਨੇ। ਵੱਡੇ ਵੱਡੇ ਤਪੀਸ਼ਰਾਂ ਨੂੰ ਅੰਤ ਸਮੇਂ ਤੁਹਾਡੇ ਦਰਸ਼ਨ ਨਹੀਂ ਹੁੰਦੇ, ਤੇ ਮੇਰੇ ਉੱਤੇ ਸੁੱਤੇ ਸਿੱਧ ਕਿਰਪਾ ਹੋਈ, ਮੈਨੂੰ ਤੁਹਾਡੇ ਦਰਸ਼ਨ ਹੋ ਰਹੇ ਨੇ। ਹਾਂਜੀ, ਕਹੈ ਬੰਧਨ ਕਰਤ ਸਵੇਰੇ। ਇਹ ਕਹਿ ਕੇ ਸਾਈਂ ਜੀ ਨੇ ਮੱਥਾ ਟੇਕ ਕੇ ਆਖਿਆ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਆਗਿਆ ਦਿਓ, ਮੈਂ ਸਰੀਰ ਛੱਡਣਾ ਆਪਣਾ। ਗੱਜ ਕੇ ਆਖੋ ਵਾਹਿਗੁਰੂ। ਆਮ ਬੰਦਿਆਂ ਨੂੰ ਕਿੱਥੋਂ ਪਤਾ ਲੱਗਦਾ ਵੀ ਆਪਾਂ ਸਰੀਰ ਛੱਡ ਦੇਣਾ ਜੀ। ਉਹਨਾਂ ਨੂੰ ਤੇ ਅੰਤਲੇ ਸਾਹ ਤੱਕ ਨਹੀਂ ਪਤਾ ਲੱਗਦਾ ਵੀ ਆਪਣੀ ਛੁੱਟੀ ਹੋਣ ਵਾਲੀ ਹੈ ਜੀ। ਆਮ ਬੰਦਿਆਂ ਨੂੰ ਜੀ, ਗੁਰਮੁਖਾਂ ਨੂੰ ਪਤਾ ਲੱਗਦਾ।
ਇਹ ਕਹਿ ਕੇ ਆਖਿਆ ਮਹਾਰਾਜ ਆਗਿਆ ਦਿਓ ਹੁਣ। ਹਾਂਜੀ। ਅਵਣੀ ਤਲ ਮਹਿ ਪੌਂਡਨ ਕੀਨ। ਸਾਈਂ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਆਗਿਆ ਮੰਗ ਕੇ ਗੁਰੂ ਜੀ ਨੇ ਕਿਹਾ ਜਿਵੇਂ ਤੁਹਾਡੀ ਇੱਛਾ ਜੀ। ਸਾਈਂ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸੋਹਣੇ ਦਰਸ਼ਨ ਕੀਤੇ ਤੇ ਗੁਰਮੁਖੋ ਧਰਤੀ ਤੇ ਲੰਮੇ ਪੈ ਗਏ ਜੀ ਸਾਈਂ ਜੀ। ਹਾਂਜੀ। ਭੌਤਕ ਤਨ ਤਤਸ਼ਨ ਤਜ ਦੀਨ। 500 ਸਾਲ ਦੀ ਉਮਰ ਹੋ ਚੁੱਕੀ ਹੈ ਸਾਈਂ ਬੁੱਢਣ ਸ਼ਾਹ ਜੀ ਦੀ। ਸਾਈਂ ਬੁੱਢਣ ਸ਼ਾਹ ਜੀ ਨੇ ਬੜੇ ਸਹਿਜੇ ਹੀ ਆਪਣਾ ਸਰੀਰ ਛੱਡ ਦਿੱਤਾ ਜੀ। ਸਰੀਰ ਛੱਡ ਦਿੱਤਾ ਜੀ। ਸਾਈਂ ਜੀ ਦੀ ਜੋਤ ਵੀ ਗੁਰੂ ਜੀ ਦੀ ਜੋਤ 'ਚ ਰਲ ਗਈ ਜੀ। ਵੱਖਰੀ ਜੋਤ ਨਹੀਂ ਹੈਗੀ ਜੀ। ਜੋਤੀ ਜੋਤ ਰਲੀ, 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 ਜੋਤੀ ਜੋਤ ਰਲੀ। ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ। ਸਤਿਗੁਰੂ ਜੀ ਦੀ ਕਿਰਪਾ, ਧਰਮ ਦਾ ਇੱਥੇ ਗੱਲ ਕੋਈ ਨਹੀਂ। ਵਾਹਿਗੁਰੂ ਜੀ ਦੀ ਨਜ਼ਰੀ ਦੀ ਗੱਲ ਹੈ, ਦ੍ਰਿਸ਼ਟੀ ਦੀ ਗੱਲ ਹੈ। ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ। ਸਾਈਂ ਜੀ ਸਾਈਂ ਬੁੱਢਣ ਸ਼ਾਹ ਜੀ ਨੇ ਬੜੇ ਸਹਿਜੇ ਹੀ ਸਰੀਰ ਤਿਆਗ ਦਿੱਤਾ ਜੀ। ਹਾਂਜੀ। ਜਿਵੇਂ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ, ਹਾਥੀ ਦੇ ਸੁੰਡ ਚੋਨੇ ਫੁੱਲਾਂ ਦਾ ਹਾਰ ਲਟਕਾਇਆ ਹੁੰਦਾ ਜੀ, ਤੇ ਜਿੱਥੇ ਜੀ ਕਰਦਾ ਨਾ ਜੀ ਉਹ ਫੁੱਲਾਂ ਦਾ ਹਾਰ ਰੱਖ ਦਿੰਦਾ ਜੀ। ਜਾਂ ਮੈਂ ਕੋਈ ਵਸਤੂ ਫੜਾਂ ਤੇ ਸਹਿਜੇ ਦੇ ਰੱਖ ਦੇਵਾਂ ਜੀ, ਮਤਲਬ ਸਹਿਜੇ ਦੇ ਉਹ ਵਸਤੂ ਛੱਡ ਦਿਆਂ, ਬਸ ਜ਼ੋਰ ਕੋਈ ਨਹੀਂ ਲੱਗਦਾ ਜੀ। ਸਾਈਂ ਜੀ ਦਾ ਵੀ ਕੋਈ ਜ਼ੋਰ ਨਹੀਂ ਜੀ ਲੱਗਾ। ਤੇ ਮੈਂ ਆਮ ਬੰਦਿਆਂ ਬਾਰੇ ਦੱਸਦਿਆਂ, ਗ੍ਰੰਥਾਂ 'ਚ ਲਿਖਿਆ 1000 ਬਿੱਛੂ ਡੰਗ ਮਾਰੇ ਤੇ ਜਿੰਨੀ ਦਰਦ ਹੁੰਦੀ ਹੈ ਨਾ ਜੀ, ਓਨੀ ਦਰਦ ਉਰੋਂ ਆਉਂਦੀ ਜਦੋਂ ਸਰੀਰ 'ਚੋਂ ਆਤਮਾ ਨਿਕਲਦੀ ਹੈ ਜੀ। ਹਾਂਜੀ। ਬੰਦਾ ਬੋਲ ਨਹੀਂ ਸਕਦਾ ਜੀ ਉਦੋਂ ਜੀ। ਪਰ ਗੁਰਮੁਖਾਂ ਦੀ ਗੱਲ ਵੱਖਰੀ ਜੀ। ਅੱਗੇ ਪੜੋ। ਹਾਂਜੀ। ਸਤਿਗੁਰ ਬਿਖੇ ਲੀਨ ਹੋਏ ਗਏ। ਭਾਈ ਸੰਤੋਖ ਸਿੰਘ ਜੀ ਲਿਖਦੇ, ਸਾਈਂ ਬੁੱਢਣ ਸ਼ਾਹ ਜੀ ਮੁਸਲਮਾਨ ਪੀਰ ਹਨ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਲੀਨ ਹੀ ਹੋ ਗਏ ਜੀ। ਉਹ ਗੁਰੂ ਜੀ ਦੇ ਚਰਨਾਂ ਵਿੱਚ ਲੀਨ ਹੀ ਹੋ ਗਏ ਜੀ। ਗੱਜ ਕੇ ਸਾਰੇ ਆਖੋ, ਜੋਤੀ ਜੋਤ ਰਲੀ, 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 ਸੰਪੂਰਨ ਥੀਆ ਰਾਮ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਲੀਨ ਹੋ ਗਏ ਜੀ ਸਾਈਂ ਜੀ। ਹਾਂਜੀ। ਪੁਨ ਬਾਬਕ ਤੈ ਪਹੁੰਚਤ ਭਇਓ। ਮਹਾਰਾਜ ਸੱਚੇ ਪਾਤਸ਼ਾਹ ਵੇਖੋ ਵਿਤਕਰਾ ਕੋਈ ਨਹੀਂ। ਵਾਹਿਗੁਰੂ ਜੀ ਦਾ ਨਾਮ ਕਿੰਨਾ ਵੱਡਾ। ਮਹਾਰਾਜ ਨੇ ਸਿੱਖਾਂ ਨੂੰ ਆਖਿਆ ਛੇਤੀ ਬਾਬਕ ਜੀ ਨੂੰ ਸੱਦੋ। ਕਹਿਣ ਲੱਗੇ ਬਾਬਕ ਜੀ ਕੀਰਤਨੀਏ। ਉਹ ਆਏ, ਜਿੱਥੇ ਸਾਈਂ ਜੀ ਦਾ ਸਰੀਰ ਪਿਆ ਸੀ ਉੱਥੇ ਬਾਬਕ ਜੀ ਨੇ ਲਾਗੇ ਬਹਿ ਕੇ ਗੁਰਬਾਣੀ ਦਾ ਕੀਰਤਨ ਕੀਤਾ ਜੀ। ਗੁਰਬਾਣੀ ਦਾ ਕੀਰਤਨ ਕੀਤਾ। ਹੁਣ ਕੋਈ ਆਖੇ ਵੀ ਲਓ ਜੀ ਮੁਸਲਮਾਨ ਜੇ ਉਹ, ਗੁਰਮੁਖੋ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਬੰਦਗੀ ਵੱਡੀ, ਨਾਨਕ ਕੇ ਘਰ ਕੇਵਲ ਨਾਮ। ਨਾਮ ਜਪਿਆ, ਸਤਿਗੁਰੂ ਆਪ ਕੀਰਤਨ ਕਰਾਉਂਦਾ ਏ ਜੀ। ਹਾਂਜੀ। ਆਸਾ ਵਾਰ ਗਾਇਬ ਕੀਨ। ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਅੰਮ੍ਰਿਤ ਵੇਲੇ ਸਾਈਂ ਜੀ ਨੇ ਸਰੀਰ ਤਿਆਗਿਆ ਸੀ। ਮਹਾਰਾਜ ਕਹਿੰਦੇ ਭਾਈ ਆਸਾ ਜੀ ਦੇ ਵਾਰ ਦਾ ਕੀਰਤਨ ਸਾਈਂ ਜੀ ਦੇ ਸਰੀਰ ਦੇ ਲਾਗੇ ਕਰੋ। ਕਹਿਣ ਲੱਗੇ ਹਾਂਜੀ। ਪਾਰ ਬ੍ਰਹਮ ਸਿਫਤੀ ਸੁਖ ਚੀਨ। ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਵਾਲਾ ਕੀਰਤਨ ਕਰੋ। ਕਿਉਂ? ਸਾਈਂ ਜੀ ਰੱਬ ਦੀਆਂ ਸਿਫਤਾਂ ਕਰਦੇ ਹੋਏ ਉਹਨਾਂ ਸਰੀਰ ਤਿਆਗਿਆ, ਪਰਮੇਸ਼ਰ ਦੀਆਂ ਸਿਫਤਾਂ ਕੀਤੀਆਂ, ਸਾਰੀ ਉਮਰ ਉਹਨਾਂ ਆਪਣਾ ਸਰੀਰ ਸਫਲਾ ਕਰ ਲਿਆ। ਹਾਂਜੀ। ਭਈ ਪ੍ਰਭਾਤ ਕਬਰ ਖਨਵਾਏ। ਦਿਨ ਚੜਿਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਭਾਈ ਸਾਈਂ ਜੀ ਦੇ ਵਾਸਤੇ ਕਬਰ ਖੋਦੋ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਕਿਉਂ? ਸਾਈਂ ਜੀ ਦੇ ਜੋ ਧਰਮ ਦੀ ਕਿਰਿਆ ਸੀ ਸਾਰੀ ਜੀ। ਮਹਾਰਾਜ ਕਹਿਣ ਲੱਗੇ
पीर जी वास्ते साईं जी वास्ते कब्र खोदो। गुरु के सिखा ने साईं जी वास्ते कब्र खोदी जी। फिर हाँ जी आशी बिद तिसको दफनाए। ते महाराज ने एक पासे साईं जी दा शरीर आप लिया जी ते एक पासे गुरु के सिखा ने। साईं जी ने बहुते चेले बालड़े नहीं सी अपने रखे जी, कल्ले ही बंदगी कीती सारी उम्र जी, कल्ले ही जी। हाँ जी ते गुरु साहब जे उन्हें कलिया रब दा नाम जपिया ते अखीरले समय रब आप ही पहुंच गया जी उत्थे जी। तुसीं आपे हुण हिसाब लाओ। हाँ जी महाराज ने आप ते गुरु जी दे सिखा ने साईं जी नूं उस कबर विच खुदवाया जी, कबर विच जी। हाँ जी विधिया श्री गुर दिता साथ। नाल कौन सन जी जदों कबर विच लिटाया जी, वाहिगुरु लिटाया कबर विच, नाल बाबा गुरदित्ता जी सन जी, नाल बाबा विधि चंद जी सन। हाँ जी सब हिन संग लय तब नाथ। महाराज ने सारिਆਂ ਨੂੰ आवाज मारी, आओ भाई साईं जी ਦਾ ਸਰੀਰ ਕਬਰ ਵਿੱਚ ਸਜਾਉਣਾ। ਗੱਜ ਕੇ ਆਖੋ ਵਾਹਿਗੁਰੂ। ਜਿੰਦਿਆਂ ਜੀ ਤੇ ਸਮਾਧੀ ਲੱਗੀ ਹੋਈ ਸੀ, ਹੁਣ ਸਮਾਧਾ ਵੀ ਬਣਾਉਣਾ ਇਹਨਾਂ ਦਾ। ਕਹਿਣ ਲੱਗੇ ਇਹਨਾਂ ਦਾ ਸਰੀਰ ਕਹਿਣ ਲੱਗੇ ਕਬਰ ਵਿੱਚ ਪਾਉਣਾ ਆਪਾਂ, आओ सारे। हाँ जी कीरतपुर नकेत को आए। हाँ जी अनक प्रकारण बाक सुनाए। इस तरह सच्चे पातशाह महाराज गरीब नवाज साईं जी दा सारी क्रिया अपने हथी करवा के आप करके आप साईं जी दे शरीर छड्डण ते गुरबाणी जी दा कीर्तन करवा के महाराज कीरतपुर साहब अपने डेरे आए जी। हाँ जी इस कारज नूं आए सी ते गुरमुखो हुण दिन थोड़े ही रह गए ने, क्योंकि कीरतपुर साहब आ गए। अज ते गुरु जी दे सामने साईं दास जी ने शरीर त्यागया ना जी। हाँ जी अज ते साईं दास नहीं, बार बार नाम मैनू विसर जांदा, माफ करियो। अज ते साईं बुढ़न शाह जी ने शरीर त्यागया ना जी, बुढ़न शाह जी ने। ते गुरमुखो थोड़े दिनां दी गल है, गुरु हरगोबिंद साहब ने आप भी शरीर त्यागना जी। इसे कीरतपुर साहब जी, इसे कीरतपुर साहब आप भी शरीर त्याग देना जी। हाँ जी हुण वेखो ये भी वाहिगुरू जी दी मौज है, जेड़े साईं जी नूं कहिंदे भी दसो तुहाडी उम्र वधा दईए, ते गुरु साहब अपनी नहीं वधा सकते जी। हाँ जी जेड़े साईं जी नूं कहंदे सन भी दसो किन्नी उम्र चाहिदी तुहानूं, महाराज अपना नहीं कुछ कर सकते। बस ये गुरु जी दियां लीला ने, गुरु दियां गल्लां, गुरु साहब दियां गल्लां गुरु साहब ही जानण जी। आपां मिट्टी दे पुतले नहीं जान सकते जी। सच्चे पातशाह मेहर करन दया करन। साईं जी ने शरीर त्यागया। तुसीं फिर वो पंक्ति कह दिओ, फिर खीमा मंगीए। ज्योति जोत रली, ज्योति जोत रली, ज्योति संपूर्ण थिया राम, संपूर्ण थिया राम, गुरमुख जन्म सवार दरगह चलिया। साईं जी गुरमुख सन जी, किते आपां भुलेखा ना खा जाइए। हाँ जी साईं बाबा बुढ़न शाह जी वो गुरमुख सन जी। गुरु नानक साहब ने आप सिक्ख्या दित्ती, गुरुआं वाल उन्हां दा मुख सीगा जी। गुरु हरगोबिंद साहब चेचा उन्हां नूं फिर दर्शन देण आए। ये गुरमुख दीयां निशानियां ने जी। हाँ जी माफ करियो, आपां उहनूं गुरमुख कह दिंदे जिन्हें गातरा पाया जी। ये निशानियां ने, बहुत जरूरी ने। इस स्कूल च पढ़ाई करनी ते निशानियां धारण करनियां पैणियां, पर निशानियां धारण करके गुरमुख बंदा नाम जप के बनदा जी। हाँ जी नाम सब तो वड्डी ते पहली रहत हैगी है। सच्चे पातशाह मेहर करन, दया करन। अगों फिर अगला इतिहास आपां कल नूं सरवण करांगे। भुलां चुकां दी खीमा। सारी संगत दोवें हथ जोड़ो ते गज के फतेह बुलाओ जी। वाहिगुरू जी का खालसा।